हाँ जी, गुड इवनिंग टू एवरीवन। गुड इवनिंग डॉक्टर साहब। गुड इवनिंग जी, गुड इवनिंग। हाँ जी, हर वार ਦੀ ਤਰ੍ਹਾਂ ਅੱਜ ਆਪਾਂ ਫੇਰ ਇੱਕ ਟੌਪਿਕ ਦੇ ਨਾਲ ਜੁੜੇ ਹਾਂ। ਡਾਕਟਰ ਸਾਹਿਬ ਡਾਕਟਰ JS ਵਿਰਕ ਜੀ ਫਗਵਾੜਾ ਤੋਂ MBBS FAMS FCGP PGT GM ਅੱਜ ਸਾਡੇ ਨਾਲ ਜੁੜੇ ਹਨ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਆ ਕਿ ਜਿਹੜੀ ਸਾਡੀ ਪਿੱਠ ਦਰਦ ਹੈ, ਬੈਕ ਏਕ ਹੈ, ਇਹਨੂੰ ਆਪਾਂ ਨੈਚੁਰਲੀ ਕਿਵੇਂ ਕਿਉਰ ਕਰ ਸਕਦੇ ਹਾਂ ਤੇ ਆਓ ਜਾਣਦੇ ਹਾਂ। ਵੈਲਕਮ ਡਾਕਟਰ ਸਾਹਿਬ। थैंक यू चेतना जी। मेरे बहुत ही प्यारे भैनों ते भरावो, अज असी एक बहुत ही कॉमन ते बहुत ही क्रॉनिक बीमारी बारे गल करते हैं, साडे पिठ दा दर्द, जिन्हों कि असी नैचुरली भी कुदरती तरीके दे नाल भी ठीक कर सकते हैं। एक कोट मैं इत्थे लिखी है, लव इज ए लॉट लाइक बैक-एक। वो कहते प्यार भी एक बैक-एक वर्गा है, ये शो अप नहीं करता एक्सरे दे विच, पर तुहानू महसूस होंदा हैगा। जॉर्ज बर्न्स ने यह गल कही है ते वाकई इस तरह होंदा है। ते ये लोअर बैक जिहड़ी है इनफ्लेम्ड क्यों होंदी है? जदों साडा थल्ले वाले मणके जिहड़े हैगे आ रीढ़ दी हड्डी दे, वो स्ट्रेनड हो जाते आ जां उन्हां नूं बल पै जांदा आ, तां मसल्स जिहड़े हैगे आ वो आले दुआले दे स्वोलन हो जाते आ, उन्हां विच सोज आ जांदी आ। ये जिहड़ी इन्फ्लेमेशन आ, जिहड़ी सोज हैगी आ, ये दर्द करदी आ ते मसल दे विच अकड़ांध पैदा कर दिंदी है। ਉਹਦੇ ਨਾਲ ਸਾਡਾ ਜਿਹੜਾ पिठ का हिस्सा हैगा आ वो एक अकड़ांध दे विच आ जांदा आ ते सानू थोड़ी जी भी जदों असीं मूवमेंट करते हैं तो ਉਹਦੇ विच दर्द महसूस होंदा हैगा आ। रैसट जिहड़ी है ਇਹਦੇ विच किन्नी क जरूरी हैगी आ। रैसट जिहड़ी आ लोअर बैक दे ये दर्द नू खत्म करदी आ ते किन्नी सवेयरिटी है और किन्ने सिम्पटम ਇਹਦੇ हैगे आ ਉਹਦੇ ते डिपेंड करदी है। ते ये ਜਿਹੜੀ ਆ ਕੁਛ ਇੱਕ ਦਿਨ ਲਈ ਤਾਂ ਰੈਸਟ ਜਿਹੜੀ ਹੈਗੀ ਆ ਉਹ ਠੀਕ ਆ, ਬਟ ਜ਼ਿਆਦਾ ਦੇਰ ਲਈ ਜਿਹੜੀ ਰੈਸਟ ਬੈੱਡ ਰੈਸਟ ਹੈਗੀ ਆ ਉਹਨੂੰ ਅਸੀਂ ਰਿਕਮੈਂਡ ਨਹੀਂ ਕਰਦੇ, ਕਿਉਂਕਿ ਲੋ ਬੈਕ ਜਿਹੜਾ ਹੈਗਾ ਆ ਉਹ ਸ਼ਾਰਟ ਪੀਰੀਅਡ ਦੇ ਟਾਈਮ ਦੇ ਲਈ ਰੈਸਟ ਠੀਕ ਆ, ਜ਼ਿਆਦਾ ਟਾਈਮ ਲਈ ਰੈਸਟ ਨਹੀਂ ਕਰਨਾ ਚਾਹੀਦਾ। ਪਿੱਠ ਦੇ ਭਾਰ ਤੁਸੀਂ ਲੇਟ ਸਕਦੇ ਆ ਤੇ ਪਿੱਲੋ ਜਿਹੜੇ ਹੈਗੇ ਆ ਤੁਹਾਡੇ ਜਿਹੜੇ ਸਰਾਣੇ ਹੈਗੇ ਆ ਉਹ ਤੁਸੀਂ ਆਪਣੇ ਗੋਡਿਆਂ ਦੇ ਨੀਚੇ ਥੱਲੇ ਰੱਖ ਸਕਦੇ ਆ ਤੇ ਜਿਹੜੀ ਪੋਜੀਸ਼ਨ ਤੁਹਾਡੀ ਹੋ ਜਾਂਦੀ ਆ ਉਹਦੇ ਨਾਲ ਇੱਕ ਨਿਊਟਰਲ ਪੋਜੀਸ਼ਨ ਹੋ ਜਾਂਦੀ ਆ। ਨਾਰਮਲੀ ਕੀ ਹੁੰਦਾ ਜਦੋਂ ਅਸੀਂ ਸਿੱਧੇ ਪੈਨੇ ਆ ਤਾਂ ਜਿਹੜਾ ਸਾਡਾ ਲੋਅਰ ਪੋਰਸ਼ਨ ਹੈਗਾ ਆ ਬੈਕ ਦਾ ਉਹ ਥੋੜਾ ਜਿਹਾ ਉੱਚਾ ਉੱਠ ਜਾਂਦਾ ਆ ਤੇ ਜਦੋਂ ਅਸੀਂ ਆਪਣੇ ਗੋਡਿਆਂ ਦੇ ਨੀਚੇ ਸਰਾਣੇ ਰੱਖ ਲੈਨੇ ਆ ਤਾਂ ਸਾਡੀ ਜਿਹੜੀ ਲੱਤਾਂ ਹੈਗੀਆਂ ਥੋੜੀਆਂ ਜਿਹੀਆਂ ਫਲੈਕਸ਼ਨ ਦੇ ਵਿੱਚ ਆ ਜਾਂਦੀਆਂ ਤੇ ਜਿਹੜਾ ਸਾਡਾ ਨੀਚੇ ਵਾਲਾ ਭਾਗ ਹੈਗਾ ਬੈਕ ਦਾ ਉਹ ਸਟ੍ਰੇਟ ਹੋ ਜਾਂਦਾ ਔਰ ਨਿਊਟਰਲ ਪੋਜੀਸ਼ਨ ਦੇ ਵਿੱਚ ਆ ਜਾਂਦਾ ਹੈਗਾ ਤੇ ਤੁਸੀਂ ਇਹਦੇ ਨਾਲ ਥੋੜਾ ਜਿਹਾ ਰਿਲੀਫ ਵੀ ਮਹਿਸੂਸ ਕਰਦੇ ਹੈਗੇ ਆ ਇਸ ਤਰ੍ਹਾਂ। ਜਾਂ ਜਿਹੜੇ ਫਰਸ਼ ਦੇ ਉੱਤੇ ਸੌਂਦੇ ਹੈਗੇ ਆ ਉਹਨਾਂ ਨੂੰ ਵੀ ਇਹ ਮਹਿਸੂਸ ਹੁੰਦਾ ਹੈਗਾ ਕਿ ਜਦੋਂ ਤੁਹਾਡੇ ਗੋਡੇ ਜਿਹੜੇ ਹੈਗੇ ਆ ਉਹ ਸਿੱਧੇ ਖੜੇ ਹੁੰਦੇ ਹੈਗੇ ਆ 90 ਦੀ ਡਿਗਰੀ ਦੇ ਉੱਤੇ ਖੜੇ ਹੁੰਦੇ ਆ ਤੇ ਜਾਂ ਤੁਸੀਂ ਚੇਅਰ ਦੇ ਉੱਤੇ ਰੱਖਦੇ ਆ ਤਾਂ ਤੁਹਾਡਾ ਜਿਹੜਾ ਲੈਵਲ ਹੈਗਾ ਆ ਬੈਕ ਦਾ ਉਹ ਸਟ੍ਰੇਟ ਹੋ ਜਾਂਦਾ ਹੈਗਾ। ਬਹੁਤੀ ਦੇਰ ਰੈਸਟ ਨਹੀਂ ਕਰਨੀ ਚਾਹੀਦੀ ਤੇ ਬਹੁਤ ਕੇਸਿਸ ਦੇ ਵਿੱਚ ਜਿਹੜਾ ਪੇਨ ਹੈਗਾ ਆ ਉਹ ਆਪਣੇ ਆਪ ਹੀ ਥੋੜੇ ਦਿਨਾਂ ਦੇ ਵਿੱਚ ਖਤਮ ਹੋ ਜਾਂਦਾ ਹੈਗਾ ਆ। ਜ਼ਿਆਦਾ ਦਿਨਾਂ ਦੀ ਜਿਹੜੀ ਇਨਐਕਟਿਵਿਟੀ ਹੈਗੀ ਆ, ਜ਼ਿਆਦਾ ਦਿਨਾਂ ਦੀ ਰੈਸਟ ਜਿਹੜੀ ਹੈਗੀ ਆ ਉਹ ਤੁਹਾਡੇ ਮਸਲਸ ਨੂੰ ਕਮਜ਼ੋਰ ਕਰ ਦਿੰਦੀ ਹੈਗੀ ਆ, ਕਿਉਂਕਿ ਮਸਲਸ ਦੇ ਵਿੱਚ ਕੋਈ ਹਰਕਤ ਨਹੀਂ ਹੁੰਦੀ ਔਰ ਨਾ ਹਰਕਤ ਹੋਣ ਦੇ ਕਾਰਨ ਜਿਹੜੇ ਤੁਹਾਡੇ ਮਸਲਸ ਹੈਗੇ ਆ ਉਹ ਸਟਰੋਂਗ ਨਹੀਂ ਰਹਿੰਦੇ, ਕਮਜ਼ੋਰ ਹੋ ਜਾਂਦੇ ਹੈਗੇ ਆ। 9 ਟਿਪਸ ਹੈਗੀਆਂ ਜਿਹੜੀਆਂ ਕਿ ਇਨਫਲੇਮੇਟਰੀ ਬੈਕ ਪੇਨ ਨੂੰ ਠੀਕ ਕਰਨ ਲਈ ਦੱਸੀਆਂ ਆ। ਇਹਦੇ ਵਿੱਚ ਇਹ ਆ ਕਿ ਸਟੇ ਫਿਜ਼ੀਕਲੀ ਐਕਟਿਵ, ਆਪਣੇ ਆਪ ਨੂੰ ਹਮੇਸ਼ਾ ਮੂਵਿੰਗ ਰੱਖਣਾ ਹੈਗਾ ਆ ਇਨਫਲੇਮੇਟਰੀ ਬੈਕ ਪੇਨ ਨੂੰ ਠੀਕ ਕਰਨ ਲਈ।
ਜਿਹੜੇ ਮਕੈਨੀਕਲ ਹੈਗੇ ਆ ਜਾਂ ਸਟਰੈਂਥਨਿੰਗ ਐਂਡ ਸਟ੍ਰੈਚਿੰਗ ਹੈਗੇ ਆ, ਹਾਈ ਇੰਪੈਕਟ ਜਿਹੜੀਆਂ ਐਕਸਰਸਾਈਜ਼ਸ ਹੈਗੀਆਂ ਆ ਉਹਨਾਂ ਤੋਂ ਬਚਣਾ ਆ। ਪਰ ਸਿੰਪਲ ਜਿਹੜੀਆਂ ਐਕਸਰਸਾਈਜ਼ਸ ਹੈਗੀਆਂ ਆ ਉਹ ਤੁਸੀਂ ਕਰਦੇ ਰਹਿਣਾ ਹੈਗਾ ਆ। ਡੀਪ ਬਰੀਥਿੰਗ ਜਿਹੜੀ ਐਕਸਰਸਾਈਜ਼ਸ ਹੈਗੀਆਂ ਉਹ ਤੁਸੀਂ ਕਰਦੀਆਂ ਹੈਗੀਆਂ, ਜਿਹਦੇ ਨਾਲ ਤੁਸੀਂ ਲੰਬੇ ਤੇ ਸ਼ੈਲੋ ਤੇ ਲੰਬੇ ਸਾਹ ਲੈਣੇ ਹੈਗੇ ਆ। ਉਹਦੇ ਨਾਲ ਤੁਹਾਡੀ ਜਿਹੜੀ ਲੰਗ ਕਪੈਸਿਟੀ ਆ, ਫੇਫੜਿਆਂ ਦੀ ਕਪੈਸਿਟੀ ਹੈਗੀ ਆ, ਉਹ ਵੱਧ ਜਾਂਦੀ ਹੈ। ਜਿਹੜੀਆਂ ਹੈਵੀ ਆਈਟਮਸ ਤੁਸੀਂ ਚੱਕਣੀਆਂ ਹੈਗੀਆਂ ਆ ਉਹ ਇੱਕ ਖਾਸ ਤਰੀਕੇ ਦੇ ਨਾਲ ਚੱਕਣੀਆਂ ਹੈਗੀਆਂ। ਤੁਸੀਂ ਆਪਣੀ ਬੈਕ ਨੂੰ ਮੋੜਨਾ ਨਹੀਂ ਹੈ, ਬੈਕ ਨੂੰ ਸਿੱਧੀ ਰੱਖਣਾ ਹੈ। ਜੇ ਤੁਸੀਂ ਕੋਈ ਹੈਵੀ ਆਈਟਮ ਚੱਕਣੀ ਹੈਗੀ ਆ ਤਾਂ ਉਹ ਤੁਸੀਂ ਆਪਣੇ ਗੋਡੇ ਮੋੜ ਕੇ, ਜਦੋਂ ਤੁਸੀਂ ਨੀਚਿਓਂ ਕੋਈ ਚੀਜ਼ ਚੱਕਣੀ ਆ, ਲੱਤਾਂ ਨੂੰ ਚੌੜੀਆਂ ਕਰਕੇ ਔਰ ਗੋਡਿਆਂ ਨੂੰ ਮੋੜ ਕੇ ਤੇ ਫੇਰ ਉਹ ਚੱਕਣੀ ਹੈਗੀ ਆ। ਤੇ ਜਿਹੜੀ ਤੁਹਾਡੀ ਬੈਕ ਹੈਗੀ ਆ ਉਹ ਬਿਲਕੁਲ ਸਟ੍ਰੇਟ ਰਹਿਣੀ ਆ। ਤੇ ਡਰਾਈਵਿੰਗ ਵੇਲੇ ਵੀ ਤੁਸੀਂ ਆਪਣੇ ਬਾਡੀ ਨੂੰ ਸਿੱਧਾ ਰੱਖਣਾ ਆ ਤੇ ਕੇਅਰਫੁਲ ਹੋਣਾ ਕਿ ਉਹਦੇ ਵਿੱਚ ਵੀ ਕੋਈ ਝਟਕਾ ਵਗੈਰਾ ਨਾ ਲੱਗੇ। ਜਿਹੜੀ ਮੈਟ੍ਰਿਸ ਤੁਸੀਂ ਆਪਣੀ ਸੌਣ ਵੇਲੇ ਵਰਤਣੀ ਹੈਗੀ ਆ ਉਹ ਫਰਮ ਹੋਣੀ ਚਾਹੀਦੀ ਹੈਗੀ ਆ। ਤੇ ਜੇ ਤੁਸੀਂ 30 ਮਿੰਟ ਆਪਣੇ ਪੇਟ ਦੇ ਭਾਰ ਸੌ ਜਾਂਦੇ ਆ ਤਾਂ ਉਹ ਵੀ ਬਹੁਤ ਲਾਹੇਵੰਦ ਹੁੰਦੀ ਹੈਗੀ ਆ। ਜੇ ਘਰ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਐਸੀ ਜਿੱਦਾਂ ਸਦਨਾਂ ਹੁੰਦੀਆਂ ਜਾਂ ਕੋਈ ਚੀਜ਼ ਜਿਹਦੇ ਨਾਲ ਤੁਸੀਂ ਡਿੱਗ ਸਕਦੇ ਹੋ, ਉਹ ਅਵੋਇਡ ਕਰਨੀਆਂ ਚਾਹੀਦੀਆਂ ਹੈਗੀਆਂ ਤਾਂ ਕਿ ਤੁਹਾਡਾ ਕੋਈ ਵੀ ਫ੍ਰੈਕਚਰ ਵਗੈਰਾ ਨਾ ਹੋਵੇ। ਜਿਹੜੀ ਟਾਇਲਟ ਸੀਟ ਹੈਗੀ ਆ ਉਹ ਤੁਹਾਡੀ ਵੈਸਟਰਨ ਟਾਈਪ ਹੋਣੀ ਚਾਹੀਦੀ ਆ ਔਰ ਉੱਚੀ ਹੋਣੀ ਚਾਹੀਦੀ ਆ ਤਾਂ ਕਿ ਤੁਹਾਡਾ ਜਿਹੜਾ ਬੈਕ ਹੈਗੀ ਆ ਉਹਨੂੰ ਜ਼ਿਆਦਾ ਬੋਝ ਨਾ ਪਵੇ। ਜਿਹੜੀ ਤੁਹਾਡੀ ਵਰਕ ਸਪੇਸ ਹੈਗੀ ਆ, ਜਿੱਥੇ ਤੁਸੀਂ ਕੰਮ ਕਰਦੇ ਹੈਗੇ ਆ, ਉੱਥੇ ਵੀ ਤੁਸੀਂ ਆਪਣਾ ਪੋਸਚਰ ਜਿਹੜਾ ਹੈਗਾ, ਆਪਣਾ ਜਿਹੜਾ ਮਤਲਬ ਪੋਸਚਰ ਹੈਗਾ ਆ ਉਹ ਸਿੱਧਾ ਰੱਖਣਾ ਹੈਗਾ ਆ। ਤੇ ਆਪਣੀਆਂ ਐਕਟੀਵਿਟੀਆਂ ਨੂੰ ਜੇ ਰੱਖਣਾ ਹੈਗਾ, ਜਾਂ ਐਰੋਬਿਕ ਐਕਸਰਸਾਈਜ਼ ਕਰਨੀ ਆ ਜਾਂ ਮਸਾਜ ਵਗੈਰਾ ਕਰਾਉਣਾ ਹੈਗਾ ਆ ਜਾਂ ਮੈਡੀਟੇਸ਼ਨ ਕਰਨੀ ਹੈਗੀ ਆ, ਉਹਦੇ ਨਾਲ ਤੁਹਾਡਾ ਜਿਹੜੇ ਐਕਟੀਵਿਟੀ ਹੈਗੀ ਆ, ਤੁਹਾਡੀ ਮੈਂਟਲ ਐਕਟੀਵਿਟੀ ਹੈਗੀ ਆ, ਉਹ ਵੀ ਠੀਕ ਹੁੰਦੀ ਹੈਗੀ ਆ ਔਰ ਤੁਹਾਡੀ ਜਿਹੜੀ ਬੈਕ ਏਕ ਹੈਗੀ ਆ ਉਹਨੂੰ ਵੀ ਫਰਕ ਪੈਂਦਾ ਹੈਗਾ ਆ। ਇਹ ਕੁਛ ਇੱਕ ਐਕਟੀਵਿਟੀ ਸੀ ਜਿਹੜੀਆਂ ਕਿ ਇਨਫਲੇਮੇਟਰੀ ਬੈਕ ਪੇਨ ਨੂੰ ਠੀਕ ਕਰਦੀਆਂ ਹੈਗੀਆਂ। ਕਿ ਫਾਸਟੈਸਟ ਵੇ ਕੀ ਹੈ ਇਨਫਲੇਮੇਸ਼ਨ ਜਾਂ ਸੋਜ ਨੂੰ ਘਟਾਉਣ ਦੇ? ਡਰਿੰਕ ਵਾਟਰ। ਸਾਡੇ ਲੋਕ ਜਿਹੜੇ ਹੈਗੇ ਆ ਉਹ ਪਾਣੀ ਨਹੀਂ ਪੀਂਦੇ। ਸਾਨੂੰ ਆਪਣੇ ਜੋੜਾਂ ਨੂੰ ਤੰਦਰੁਸਤ ਰੱਖਣ ਲਈ ਔਰ ਜੋੜਾਂ ਨੂੰ ਲੁਬਰੀਕੇਟ ਰੱਖਣ ਲਈ ਪਾਣੀ ਦੀ ਮਾਤਰਾ ਜਿਹੜੀ ਹੈਗੀ ਆ ਉਹ ਪ੍ਰੋਪਰ ਹੋਣੀ ਚਾਹੀਦੀ ਹੈਗੀ ਆ। ਉਹਦੇ ਨਾਲ ਪ੍ਰੋਪਰ ਹਾਈਡਰੇਸ਼ਨ ਹੁੰਦੀ ਹੈਗੀ ਆ ਤੇ ਜਿਹੜਾ ਸੋਜ ਨੂੰ ਵੀ ਕੰਮ ਕਰਨ ਦੇ ਲਈ ਬਹੁਤ ਸਸਤਾ ਤਰੀਕਾ ਹੈਗਾ ਆ। ਜੇ ਤੁਹਾਡੀ ਬਾਡੀ ਦੇ ਵਿੱਚ ਪੂਰਾ ਪਾਣੀ ਹੈਗਾ ਆ, ਤੁਹਾਡੇ ਜਿਹੜੇ ਜੁਆਇੰਟਸ ਹੈਗੇ ਆ ਉਹ ਅੱਛੀ ਤਰ੍ਹਾਂ ਮੂਵ ਕਰਨਗੇ ਤੇ ਉਹਦੇ ਵਿੱਚ ਦਰਦ ਵੀ ਬਹੁਤ ਘੱਟ ਹੋਏਗਾ। ਤੇ ਆਪਣੇ ਜੁਆਇੰਟਸ ਨੂੰ ਪੂਰਾ ਮੂਵਿੰਗ ਰੱਖੋ। ਤੇ ਕਈ ਜਿਹੜੇ ਹੈਗੇ ਆ ਮਤਲਬ ਮੂਵਿੰਗ ਨਹੀਂ ਰਹਿੰਦੇ, ਬੈਠ ਜਾਂਦੇ ਆ, ਸੈਡੈਂਟਰੀ ਹੈਬਿਟਸ ਹੋ ਜਾਂਦੀਆਂ, ਲਾਈਫ ਸਟਾਈਲ ਹੋ ਜਾਂਦੇ ਆ। ਉਹਦੇ ਨਾਲ ਜਿਹੜੇ ਤੁਹਾਡੇ ਜੋੜ ਹੈਗੇ ਆ ਉਹ ਸਟਿਫ ਹੋ ਜਾਂਦੇ ਆ ਔਰ ਉਹਦੇ ਵਿੱਚ ਕਈ ਵਾਰੀ ਸੋਜਸ਼ ਵੀ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ। ਜਿਹੜੀ ਡੀਹਾਈਡਰੇਸ਼ਨ ਆ, ਜੇ ਪਾਣੀ ਦੀ ਘਾਟ ਹੈਗੀ ਆ ਤਾਂ ਜਿਹੜੀ ਤੁਹਾਡੀ ਡਿਸਕ ਹੈਗੀ ਆ, ਸਪਾਈਨਲ ਡਿਸਕ ਹੈਗੀ ਆ, ਦੋ ਵਰਟੀਬਰੇ, ਦੋ ਜਿਹੜੇ ਮਣਕੇ ਹੈਗੇ ਆ, ਉਹਨਾਂ ਦੇ ਵਿਚਕਾਰ ਇੱਕ ਡਿਸਕ ਹੁੰਦੀ ਹੈਗੀ ਆ ਔਰ ਉਹ ਡਿਸਕ ਜਿਹੜੀ ਆ ਉਹਦੇ ਵਿੱਚੋਂ ਜਦੋਂ ਪਾਣੀ ਨਿਕਲ ਜਾਂਦਾ ਹੈਗਾ ਆ ਤਾਂ ਉਹਦਾ ਮਤਲਬ ਇਹ ਆ ਕਿ ਉਹਦੇ ਵਿੱਚ ਸਖਤ ਹੋ ਜਾਂਦੀ ਆ ਔਰ ਸਖਤ ਕਰਕੇ ਇਹ ਉਹਨੂੰ ਮਤਲਬ ਦਰਦ ਹੋਣਾ ਸ਼ੁਰੂ ਹੋ ਜਾਂਦਾ, ਉਹਦਾ ਸਾਈਜ਼ ਵੀ ਘਟ ਜਾਂਦਾ ਹੈਗਾ ਆ। ਤੇ ਉਹਨੂੰ ਜੇ ਅਗਰ ਅਸੀਂ ਹਾਈਡਰੇਟ ਕਰ ਦਈਏ ਤਾਂ ਫਿਰ ਉਹ ਜਿਹੜੀ ਹੈਗੀ ਆ ਦਰਦ ਘਟ ਜਾਂਦਾ ਹੈ। ਔਰ ਜੇ ਮਤਲਬ ਜਦੋਂ ਕਿਤੇ ਅਸੀਂ ਉਹਨਾਂ ਦਾ ਮਤਲਬ ਕਾਰਨ ਇਹ ਹੈਗਾ ਆ ਕਿ ਉਹ ਬਣੀਆਂ ਇਸ ਕਰਕੇ ਹੁੰਦੀਆਂ ਕਿ ਇੱਕ
ਮਣਕੇ ਦੇ ਦੂਜੇ ਮਣਕੇ ਦੇ ਨਾਲ ਸ਼ੌਕ ਜਿਹੜਾ ਆ ਅਬਜ਼ੌਰਬ ਕਰਦੀਆਂ ਹੈਗੀਆਂ ਆ। ਜਿੱਦਾਂ ਅਸੀਂ ਟੱਪਦੇ ਹੈਗੇ ਆ, ਨੱਚਦੇ ਹੈਗੇ ਆ, ਤਾਂ ਉਹ ਸਾਡਾ ਜਿਹੜਾ ਸ਼ੌਕ ਹੈਗਾ ਅਬਜ਼ੌਰਬ ਕਰਦੇ ਆ। ਜੇ ਉਹਦੇ ਵਿੱਚ ਪਾਣੀ ਨਹੀਂ ਹੈ ਤਾਂ ਉਹ ਸ਼ੌਕ ਅਬਜ਼ੌਰਬ ਕਰਨ ਦੀ ਸ਼ਕਤੀ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਆ, ਤੇ ਉਹਦੇ ਨਾਲ ਉਹ ਸਲਿੱਪ ਵੀ ਕਰ ਸਕਦੀ ਹੈ। ਤੇ ਇਸ ਕਰਕੇ ਉਹ ਫਿਰ ਸਾਡਾ ਜਿਹੜਾ ਸਪਾਈਨਲ ਕਾਰਡ ਹੈਗਾ ਆ ਉਹਨੂੰ ਆ ਕੇ ਮਤਲਬ ਉਹਦੇ ਨਾਲ ਲੱਗ ਕੇ ਤੇ ਉਹਨੂੰ ਨੁਕਸਾਨ ਪਹੁੰਚਾ ਸਕਦੀ ਹੈਗੀ ਆ। ਤੇ ਜਦੋਂ ਉਹਦੇ ਨਾਲ ਲੱਗੇਗੀ ਤੇ ਨਾਲ ਫਿਰ ਉਹਨੂੰ ਸਾਡੇ ਬੈਕ ਦੇ ਵਿੱਚ ਦਰਦ ਹੋਏਗਾ। ਬੋਡੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਰਿਡਿਊਸ ਕਰ ਸਕਦੇ ਹੈਗੇ ਆ ਇਨਫਲੇਮੇਸ਼ਨ, ਇਹ ਜਿਹੜੀਆਂ 6 ਸਟੈਪਸ ਹੈਗੀਆਂ ਆ ਉਹ ਅਸੀਂ ਵਰਤ ਸਕਦੇ ਆ। ਐਂਟੀ ਇਨਫਲੇਮੇਟਰੀ ਫੂਡਸ ਜਿਹੜੇ ਹੈਗੇ ਆ ਉਹ ਅਸੀਂ ਵਰਤਣੇ ਹੈਗੇ ਆ, ਜਿੱਦਾਂ ਕਿ ਫਰੂਟਸ ਹੈ, ਵੈਜੀਟੇਬਲਸ ਹੈਗੇ ਆ, ਤੇ ਇਹਨਾਂ ਦੇ ਵਿੱਚ ਗ੍ਰੇਪਸ ਹੈਗੇ, ਅੰਗੂਰ ਹੈਗੇ ਆ, ਸੈਲਰੀ ਹੈਗੀ ਆ, ਬਲੂਬੇਰੀਜ਼ ਹੈਗੀ ਆ, ਗਾਰਲਿਕ ਜਿਹੜਾ ਲਸਣ ਹੈਗਾ ਆ, ਓਲੀਵ ਆਇਲ ਹੈਗਾ ਆ, ਟੀ ਹੈਗੀ ਆ, ਕੁਛ ਇੱਕ ਸਪਾਈਸਿਸ ਹੈਗੇ ਆ ਜਿੱਦਾਂ ਕਿ ਅਦਰਕ ਹੈਗਾ ਆ, ਰੋਜ਼ਮੇਰੀ ਹੈਗੀ ਆ, ਤੇ ਹਲਦੀ ਹੈਗੀ ਆ। ਇਹ ਸਾਰੇ ਫੂਡਸ ਜਿਹੜੇ ਹੈਗੇ ਆ ਇਹ ਐਂਟੀ ਇਨਫਲੇਮੇਟਰੀ ਹੈਗੇ ਆ। ਇਹ ਇਨਫਲੇਮੇਸ਼ਨ ਜਾਂ ਜਿਹੜੀ ਸੋਜ ਹੈਗੀ ਸਾਡੇ ਸਰੀਰ ਦੇ ਵਿੱਚ ਬਣਦੀ ਉਹਨੂੰ ਇਹ ਘਟਾਉਂਦੇ ਹੈਗੇ ਆ। ਕੱਟ ਬੈਕ ਔਰ ਐਲੀਮੀਨੇਟ ਇਨਫਲੇਮੇਟਰੀ, ਜਿਹੜੇ ਸੋਜ ਪੈਦਾ ਕਰਦੇ ਫੂਡ ਹੈਗੇ ਆ ਉਹਨਾਂ ਨੂੰ ਅਸੀਂ ਅਵੋਇਡ ਕਰਨਾ ਹੈ। ਉਹ ਕਿਹੜੇ ਇਨਫਲੇਮੇਟਰੀ ਫੂਡ ਹੈਗੇ ਆ, ਜਿੱਦਾਂ ਕਿ ਰੈੱਡ ਮੀਟ ਹੈਗਾ ਆ, ਤੇ ਜਿਹੜੀ ਟਰਾਂਸ ਫੈਟਸ ਹੈਗੀਆਂ ਆ ਜਿੱਦਾਂ ਮਾਰਜਰੀਨ ਹੈਗੀ ਆ, ਕੋਰਨ ਆਇਲ ਹੈਗਾ ਆ, ਜਿਹੜੀਆਂ ਅਸੀਂ ਬਹੁਤ ਡੀਪ ਫਰਾਈ ਫੂਡਸ ਖਾਂਦੇ ਹੈਗੇ, ਤਲੇ ਹੋਏ ਜ਼ਿਆਦਾ ਚੀਜ਼ਾਂ ਖਾਂਦੇ ਹੈਗੇ ਆ, ਤੇ ਜ਼ਿਆਦਾਤਰ ਜਿਹੜੇ ਪ੍ਰੋਸੈਸਡ ਫੂਡਸ ਹੈਗੇ, ਡੱਬਾ ਬੰਦ ਹੈਗੇ ਆ, ਜਾਂ ਮਤਲਬ ਪ੍ਰੋਸੈਸ ਕੀਤੇ ਹੋ ਜਿੰਨੇ ਵੀ ਫੂਡ ਹੈਗੇ ਬਾਜ਼ਾਰੋਂ ਮਿਲਦੇ, ਇਹ ਸਾਰੇ ਇਨਫਲੇਮੇਟਰੀ ਫੂਡ ਹੈਗੇ ਆ। ਇਹ ਜਦੋਂ ਅਸੀਂ ਖਾਂਦੇ ਆ ਤਾਂ ਸਾਡੇ ਸਾਰੇ ਜੋੜਾਂ ਦੇ ਵਿੱਚ ਦਰਦਾਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਤੇ ਫਿਰ ਤੀਜਾ ਨੰਬਰ ਹੈਗਾ ਕੰਟਰੋਲ ਬਲੱਡ ਸ਼ੂਗਰ। ਜੇ ਸਾਡੀ ਬਲੱਡ ਸ਼ੂਗਰ ਵਧੀ ਹੋਈ ਆ ਉਹ ਵੀ ਇਨਫਲੇਮੇਟਰੀ ਹੈਗੀ ਆ, ਉਹਨੂੰ ਅਸੀਂ ਘਟਾਉਣਾ ਹੈਗਾ ਆ। ਤੇ ਜਿਹੜੇ ਸਿੰਪਲ ਕਾਰਬੋਹਾਈਡਰੇਟਸ ਹੈਗੇ ਆ ਜਿੱਦਾਂ ਕਿ ਫਰਕਟੋਜ਼ ਹੈਗਾ ਆ, ਫਰਕਟੋਜ਼ ਕੋਰਨ ਸੀਰਪ ਹੈਗਾ ਆ, ਜਾਂ ਜਿਹੜੇ ਵਾਈਟ ਫਲੋਰ ਹੈਗਾ ਆ, ਜਿੱਦਾਂ ਆਟਾ ਹੈਗਾ ਆ, ਮੈਦਾ ਹੈਗਾ ਆ, ਵਾਈਟ ਰਾਈਸ, ਚਿੱਟੇ ਰਾਈਸ ਹੈਗੇ ਆ, ਰਿਫਾਈਨਡ ਸ਼ੂਗਰ ਮਿਲਦੀ ਹੈਗੀ ਆ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹਨਾਂ ਨੂੰ ਅਸੀਂ ਅਵੋਇਡ ਕਰਨਾ। ਜਿਹੜੀ ਚੀਜ਼ ਵੀ ਕੋਈ ਵਾਈਟ ਹੈਗੀ ਆ ਉਹਨੂੰ ਅਸੀਂ ਅਵੋਇਡ ਕਰਨਾ ਹੈ। ਰਿਫਾਈਨਡ ਕੋਈ ਵੀ ਚੀਜ਼ ਹੈਗੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਨਫਲੇਮੇਟਰੀ ਹੈ, ਉਹ ਸਾਰੀਆਂ ਸੋਜ ਪੈਦਾ ਕਰਦੀਆਂ ਹੈਗੀਆਂ। ਫਿਰ ਥੋੜਾ ਟਾਈਮ ਐਕਸਰਸਾਈਜ਼ ਲਈ ਜ਼ਰੂਰ ਦੇਣਾ ਚਾਹੀਦਾ ਹੈ। 30 ਤੋਂ 45 ਮਿੰਟ ਤੱਕ ਐਰੋਬਿਕ ਐਕਸਰਸਾਈਜ਼, ਜਿਹਦੇ ਵਿੱਚ ਤੁਹਾਡਾ ਹਾਰਟ ਰੇਟ ਜਿਹੜਾ ਹੈਗਾ ਆ ਉਹ ਵੱਧਦਾ ਹੈਗਾ ਆ, ਤੇ 10 ਤੋਂ 25 ਮਿੰਟ ਦੇ ਲਈ ਵੇਟ ਰੈਜ਼ਿਸਟੈਂਟ, ਜਿਹਦੇ ਵਿੱਚ ਤੁਸੀਂ ਕੋਈ ਡੰਬਲ ਵਗੈਰਾ ਚੱਕ ਸਕਦੇ ਹੋ, ਵੇਟ ਚੱਕ ਸਕਦੇ ਹੈਗੇ, ਟ੍ਰੇਨਿੰਗ ਲੈ ਸਕਦੇ ਆ। ਤੇ ਜੇ 4 ਜਾਂ 5 ਟਾਈਮ ਹਫਤੇ ਦੇ ਵਿੱਚ ਅਗਰ ਤੁਸੀਂ ਇਹ ਕਰਦੇ ਆ ਤੇ ਤੁਹਾਡੇ ਜਿਹੜੇ ਜੋੜ ਹੈਗੇ ਆ ਉਹ ਸਹੀ ਰਹਿਣਗੇ, ਔਰ ਜੋ ਤੁਹਾਡੀ ਜਿਹੜੀ ਸੋਜਸ਼ ਹੈਗੀ ਆ ਬਾਡੀ ਦੀ ਉਹ ਵੀ ਘਟ ਜਾਂਦੀ ਹੈਗੀ ਆ। ਲੂਜ਼ ਵੇਟ, ਇੱਕ ਮਤਲਬ ਆਪਣਾ ਜਿਹੜਾ ਜੇ ਵਜ਼ਨ ਹੈਗਾ ਆ ਉਹਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਘਟਾ ਸਕਦੇ ਹੋਗੇ ਆ। ਤੇ ਮੈਨੇਜ ਸਟ੍ਰੈਸ, ਅਗਰ ਦਿਮਾਗ ਦੇ ਉੱਤੇ ਪਰੇਸ਼ਾਨੀ ਹੈਗੀ ਆ ਉਹ ਵੀ ਸਾਰੇ ਸੋਜਸ਼ ਦਾ ਕਾਰਨ ਬਣਦੀ ਹੈਗੀ ਆ। ਤੇ ਜਿਹੜਾ ਲਗਾਤਾਰ ਦਿਮਾਗ ਦੇ ਉੱਤੇ ਸਟ੍ਰੈਸ ਹੈਗਾ ਆ ਉਹ ਇਨਫਲੇਮੇਸ਼ਨ ਨੂੰ ਪੈਦਾ ਕਰਦਾ ਹੈਗਾ ਆ। ਇਹਦੇ ਲਈ ਤੁਸੀਂ ਮੈਡੀਟੇਸ਼ਨ ਕਰ ਸਕਦੇ ਆ, ਯੋਗਾ ਕਰ ਸਕਦੇ ਆ, ਬਾਇਓ ਫੀਡਬੈਕ ਹੋ ਸਕਦੀ ਹੈਗੀ ਆ, ਤੇ ਕਈ ਅਦਰ ਹੋਰ ਮੈਥਡਸ ਵੀ ਹੈਗੇ ਆ ਜਿਹੜੇ ਕਿ ਡੀਪ ਬਰੀਥਿੰਗ ਹੈਗੀ ਆ, ਜਾਂ ਹੋਰ ਪ੍ਰੇਅਰਸ ਹੈਗੀਆਂ, ਜਾਂ ਹੋਰ ਵੀ ਕਈ ਚੀਜ਼ਾਂ ਹੈਗੀਆਂ ਜਿਹਦੇ ਨਾਲ ਤੁਸੀਂ ਮਾਈਂਡਫੁਲਨੈਸ ਹੈਗੀ ਆ, ਔਰ ਇਹਨਾਂ ਨਾਲ ਆਪਣਾ ਜਿਹੜਾ ਸਟ੍ਰੈਸ ਲੈਵਲ ਹੈਗਾ ਆ ਉਹਨੂੰ ਤੁਸੀਂ ਰਿਡਿਊਸ ਕਰ ਸਕਦੇ ਹੈਗੇ ਆ। ਤੇ ਅਸੀਂ ਕਈ ਚੀਜ਼ਾਂ ਜਿਹੜੀਆਂ ਸਟ੍ਰੈਸਫੁਲ ਹੈਗੀਆਂ ਸਿਚੁਏਸ਼ਨਸ ਉਹਨਾਂ ਨੂੰ ਠੀਕ ਨਹੀਂ ਕਰ ਸਕਦੇ, ਪਰ ਤੇ ਜਿਹੜੀਆਂ ਅਸੀਂ ਲਾਈਫ ਦੇ ਵਿੱਚ ਇਨਕਾਊਂਟਰ ਕਰਦੇ ਹੈਗੇ ਆ, ਅਸੀਂ ਆਪਣਾ ਰਿਸਪੌਂਸ ਜਿਹੜਾ ਹੈਗਾ ਆ ਉਹਨਾਂ ਦੀ ਪਰਸੈਪਸ਼ਨ ਦਾ ਔਰ ਉਹ ਠੀਕ ਕਰ ਸਕਦੇ ਹੈਗੇ ਆ। ਤੇ ਅਸੀਂ ਉਹਦੇ ਨਾਲ ਜਿਹੜਾ ਸਟ੍ਰੈਸ ਨੂੰ ਬੈਟਰ
ਮਤਲਬ ਮੈਨੇਜ ਕਰ ਸਕਦੇ ਹੈਗੇ ਆ। ਸਾਡਾ ਜਿਹੜਾ ਨਜ਼ਰੀਆ ਹੈਗਾ ਆ ਸਟ੍ਰੈਸ ਲਈ ਉਹ ਚੇਂਜ ਹੋ ਸਕਦਾ ਆ, ਉਹ ਅਸੀਂ ਆਪਣਾ ਨਜ਼ਰੀਆ ਬਦਲ ਸਕਦੇ ਆ। ਉਹ ਕਿਸ ਤਰ੍ਹਾਂ ਹੈ ਕਿ ਕੋਈ ਵੀ ਸਟ੍ਰੈਸਫੁਲ ਚੀਜ਼ ਆਉਂਦੀ ਹੈਗੀ ਆ, ਇੱਕ ਆਦਮੀ ਉਹਨੂੰ ਬਹੁਤ ਮਤਲਬ ਗਹਿਰਾਈ ਨਾਲ ਲੈਂਦਾ ਹੈ ਤੇ ਆਪਣੇ ਉੱਤੇ ਅਸਰ ਕਰ ਲੈਂਦਾ ਹੈ, ਕੋਈ ਦੂਸਰਾ ਆਦਮੀ ਹੈ ਉਹ ਹਉ ਪਰੇ ਕਰ ਦਿੰਦਾ ਹੈ ਤੇ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਸੋ ਅਸੀਂ ਵੀ ਆਪਣਾ ਨਜ਼ਰੀਆ ਜਿਹੜਾ ਹੈਗਾ ਸਟ੍ਰੈਸ ਲਈ ਉਹ ਬਦਲਣਾ ਹੈ ਤਾਂ ਕਿ ਉਹਦਾ ਅਸਰ ਜਿਹੜਾ ਆ ਉਹ ਸਾਡੀ ਬੋਡੀ ਦੇ ਉੱਤੇ ਨਾ ਹੋਏ ਤੇ ਸਾਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਇਹ ਕੁਛ ਇੱਕ ਗੱਲਾਂ ਜਿਹੜੀਆਂ ਹੈਗੀਆਂ ਇਹ ਅਸੀਂ ਆਪਣੇ ਬੋਡੀ ਦੇ ਲਈ ਸੋਚ ਸਕਦੇ ਹੈਗੇ ਆ। ਹਰਬ ਕਿਹੜੇ ਹੈਗੇ ਆ ਜਿਹੜੇ ਬੈਕ ਪੇਨ ਨੂੰ ਠੀਕ ਕਰਦੇ ਹੈਗੇ ਆ? ਇਹ ਇੱਕ ਤਾਂ ਸਭ ਤੋਂ ਵਧੀਆ ਜਿਹੜਾ ਹੈਗਾ ਆ ਅਦਰਕ ਹੈਗਾ ਆ, ਦੂਜਾ ਹੈਗਾ ਆ ਹਲਦੀ ਹੈਗੀ ਆ। ਹਲਦੀ ਜਿਹੜੀ ਹੈਗੀ ਆ ਉਹ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਆਪਣੀ ਚਾਹ ਦੇ ਵਿੱਚ ਵੀ ਲੈ ਸਕਦੇ ਹੋ, ਉਹਦੀ ਡਿਕੌਕਸ਼ਨ ਬਣਾ ਕੇ ਵੀ ਲੈ ਸਕਦੇ ਹੋ ਤੇ ਉਹ ਤੁਹਾਡੇ ਲਈ ਬਹੁਤ ਵਧੀਆ। ਈਵਨ ਬਹੁਤ ਸਾਰੀਆਂ ਜਿਹੜੀਆਂ ਪੇਨ ਰਿਲੀਵਿੰਗ ਦਵਾਈਆਂ ਹੈਗੀਆਂ ਆ ਉਹਨਾਂ ਨਾਲੋਂ ਵੀ ਜ਼ਿਆਦਾ ਕਾਰਗਰ ਸਾਬਤ ਹੁੰਦੀ ਹੈਗੀ ਆ। ਇਹ ਕੁਛ ਇੱਕ ਡੈਵਲਸ ਕਲਾ ਹੈਗਾ, ਟਿਊਬਰ ਹੁੰਦਾ, ਬਾਹਰੋਂ ਮਿਲਦਾ ਹੈਗਾ ਆ, ਇਹ ਸਾਡੇ ਇੰਡੀਆ 'ਚ ਨਹੀਂ ਹੁੰਦਾ। ਉਹ ਵੀ ਦੱਸਿਆ ਹੈਗਾ। ਲਿਕੋਰਿਸ ਜਿਹੜੀ ਹੈਗੀ, ਮਲੱਠੀ ਜਿਹੜੀ ਹੈਗੀ ਆ ਇਹ ਵੀ ਸਾਡੇ ਬੈਕ ਪੇਨ ਲਈ ਅੱਛੀ ਹੈਗੀ ਆ। ਤੇ ਇਹ ਆ ਵੀ ਯੂਰਪੀਅਨ ਗੋਲਡਨ ਰੋਡ ਹੈਗੀ ਆ, ਇਹ ਵੀ ਅੱਛੀ ਆ ਪਰ ਸਾਡੇ ਇੱਥੇ ਨਹੀਂ ਮਿਲਦੀ ਹੈਗੀ। ਤੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਯੂਜ਼ ਕਰਕੇ ਵੀ ਆਪਣਾ ਬੈਕ ਪੇਨ ਜਿਹੜਾ ਆ ਉਹ ਠੀਕ ਕਰ ਸਕਦੇ ਹੈਗੇ ਆ। ਫਾਸਟੈਸਟ ਵੇ ਕਿਹੜਾ ਰਿਲੀਵ ਬੈਕ ਪੇਨ ਦਾ? ਐਕਸਰਸਾਈਜ਼ ਜਿਹੜੀ ਆ ਇਹ ਵਨ ਆਫ ਦੀ ਮੋਸਟ ਇਫੈਕਟਿਵ ਵੇਜ਼ ਹੈਗਾ ਜਿਹੜਾ ਕਿ ਅਸੀਂ ਕੁਇਕਲੀ ਰਿਲੀਵ ਕਰ ਸਕਦੇ ਹਾਂ ਆਪਣਾ ਬੈਕ ਪੇਨ। ਉਹਦੇ ਵਿੱਚ ਕਿਹੜੀਆਂ ਐਕਸਰਸਾਈਜ਼ਸ ਹੈਗੀਆਂ ਜਿਹੜੀਆਂ ਅਸੀਂ ਕਰਨੀਆਂ ਹੈਗੀਆਂ ਆ? ਸਵਿਮਿੰਗ ਇੱਕ ਜਿਹੜੀ ਹੈਗੀ ਆ ਉਹ ਬਹੁਤ ਵਧੀਆ ਐਕਸਰਸਾਈਜ਼ ਹੈਗੀ ਆ ਬੈਕ ਪੇਨ ਦੇ ਲਈ। ਫਿਰ ਵਾਕਿੰਗ ਜਿਹੜੀ ਹੈਗੀ ਆ ਉਹ ਵੀ ਮਤਲਬ ਵਧੀਆ ਹੈ। ਫਿਰ ਯੋਗਾ ਹੈ, ਯੋਗਾ ਦੇ ਵਿੱਚ ਅਸੀਂ ਜਿਹੜੀਆਂ ਬੈਂਡਿੰਗ ਵਾਲੀਆਂ ਐਕਸਰਸਾਈਜ਼ਸ ਉਹਨਾਂ ਨੂੰ ਛੱਡ ਕੇ ਬਾਕੀ ਆ ਕਿ ਅਸੀਂ ਐਕਸਰਸਾਈਜ਼ਸ ਕਰ ਸਕਦੇ ਹੈਗੇ ਆ। ਫਿਰ ਰੀਟ੍ਰੇਨਿੰਗ ਯੂਅਰ ਪੋਸਚਰ ਜਿਹੜਾ ਹੈਗਾ ਤੁਹਾਡਾ, ਜਿਹੜਾ ਮਤਲਬ ਪੋਸਚਰ ਹੈਗਾ ਜਿਹੜਾ ਤੁਹਾਡਾ, ਇਹਦਾ ਮਤਲਬ ਕਿਸ ਤਰ੍ਹਾਂ ਤੁਸੀਂ ਬਹਿੰਦੇ ਆ, ਕਿਸ ਤਰ੍ਹਾਂ ਤੁਸੀਂ ਖੜੇ ਹੁੰਦੇ ਆ, ਕਿਸ ਤਰ੍ਹਾਂ ਤੁਹਾਡਾ ਬੈਕ ਜਿਹੜੀ ਹੈਗੀ ਆ ਉਹਨੂੰ ਸਿੱਧੀ ਰੱਖਦੇ ਆ ਜਾਂ ਮਤਲਬ ਝੁਕਵੀਂ ਰੱਖਦੇ ਆ, ਇਹ ਸਾਰਾ ਜਿਹੜਾ ਆ ਇਹਨੂੰ ਪੋਸਚਰ ਕਹਿੰਦੇ ਆ। ਔਰ ਇਹਨੂੰ ਰੀਟ੍ਰੇਨਿੰਗ ਕਰਕੇ ਤੁਸੀਂ ਸਿੱਧੀ ਕਰਕੇ ਬਿਲਕੁਲ ਸਟ੍ਰੇਟ ਕਰਕੇ ਰੱਖਣਾ ਹੈ। ਉਹਦੇ ਨਾਲ ਤੁਹਾਡਾ ਜਿਹੜਾ ਵਰਟੀਬਰਲ ਕਾਲਮ ਹੈਗੀ ਆ, ਜਿਹੜੀ ਤੁਹਾਡੀ ਰੀੜ੍ਹ ਦੀ ਹੱਡੀ ਹੈਗੀ ਆ, ਉਹ ਬਿਲਕੁਲ ਸਟ੍ਰੇਟ ਹੋਏਗੀ ਔਰ ਤੁਹਾਨੂੰ ਉਹਦੇ ਵਿੱਚ ਮਤਲਬ ਕੋਈ ਪ੍ਰੋਬਲਮ ਨਹੀਂ ਹੋਏਗੀ। ਤੇ ਫਿਰ ਟੈਸਟਿੰਗ ਦਾ ਲਿਮਿਟਸ ਆਫ ਪੇਨ ਟੋਲਰੈਂਸ। ਫਿਰ ਤੁਸੀਂ ਦੇਖਣਾ ਹੈ ਕਿ ਕਿੰਨਾ ਕੁ ਪੇਨ ਤੁਸੀਂ ਟੋਲਰੇਟ ਕਰਦੇ ਹੈਗੇ ਆ ਔਰ ਉਹਦੇ ਨਾਲ ਤੁਹਾਨੂੰ ਜੱਜਮੈਂਟ ਹੋਏਗੀ ਕਿ ਪਹਿਲਾਂ ਨਾਲੋਂ ਤੁਹਾਨੂੰ ਕਿੰਨਾ ਮੂਵਮੈਂਟ ਜਿਹੜੀ ਹੈਗੀ ਆ, ਪਹਿਲਾਂ ਕਿੰਨੀ ਮੂਵਮੈਂਟ ਨਾਲ ਦਰਦ ਹੁੰਦੀ ਸੀ, ਹੁਣ ਉਹਦੇ ਵਿੱਚ ਕੋਈ ਬਦਲਾਵ ਆਇਆ ਹੈ ਜਾਂ ਨਹੀਂ ਹੈ। ਤੇ ਐਰੋਬਿਕ ਐਕਸਰਸਾਈਜ਼ਸ ਹੈਗੀਆਂ, ਇਹ ਵੀ ਇਹ ਸਾਰੀਆਂ ਜਿਹੜੀਆਂ ਸਵਿਮਿੰਗ ਵਾਕਿੰਗ ਹੈਗੀਆਂ ਸਾਰੀਆਂ ਐਰੋਬਿਕ ਐਕਸਰਸਾਈਜ਼ਸ ਹੈਗੀਆਂ, ਇਹ ਵੀ ਅੱਛਾ। ਫਿਰ ਕੋਰ ਸਟਰੈਂਥਨਿੰਗ ਹੈਗੀ ਆ, ਕੋਰ ਸਟਰੈਂਥਨਿੰਗ ਹੈਗੀਆਂ ਜਿਹੜੀਆਂ ਸਾਡੇ ਰੀੜ੍ਹ ਦੀ ਹੱਡੀ ਦੇ ਆਲੇ ਦੁਆਲੇ ਦੇ ਮਸਲਸ ਹੈਗੇ ਆ, ਉਹਨਾਂ ਨੂੰ ਅਸੀਂ ਕਿੱਦਾਂ ਸਟਰੈਂਥਨ ਕਰਨਾ ਹੈ। ਜੇ ਮਸਲ ਸਟਰੋਂਗ ਹੋਣਗੇ ਤਾਂ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਹੈਗੀ ਆ ਉਹ ਵੀ ਬਿਲਕੁਲ ਸਟ੍ਰੇਟ ਹੋਏਗੀ ਔਰ ਉਹਦੇ ਨਾਲ ਸਾਡਾ ਜਿਹੜਾ ਬੈਕ ਪੇਨ ਹੈਗਾ ਆ ਉਹ ਵੀ ਰਿਲੀਵ ਹੋ ਜਾਏਗਾ। ਮੈਡੀਟੇਸ਼ਨ ਐਂਡ ਮਾਈਂਡਫੁਲਨੈਸ। ਕ੍ਰੋਨਿਕ ਬੈਕ ਪੇਨ ਜਿਹੜਾ ਆ ਇਹ ਸਟ੍ਰੇਨ ਕਰਦਾ ਆ ਫਿਜ਼ੀਕਲੀ ਤੇ ਇਮੋਸ਼ਨਲੀ, ਕਿਉਂਕਿ ਇਹ ਕਾਫੀ ਦੇਰ ਤੱਕ ਰਹਿੰਦਾ ਆ। ਇਹ ਨਹੀਂ ਹੈ ਕਿ ਇੱਕ ਦੋ ਦਿਨ ਰਹਿ ਹੋ ਕੇ ਹਟ ਜਾਂਦਾ, ਕਈਆਂ ਨੂੰ ਨਾ 2-3 ਮਹੀਨੇ ਤੱਕ ਇਹ ਪ੍ਰੋਬਲਮ ਕਾਜ਼ ਕਰਦਾ। ਇਹਦੇ ਨਾਲ ਫਿਰ ਤੁਹਾਡਾ ਇਮੋਸ਼ਨਲੀ ਵੀ ਤੁਸੀਂ ਵੀਕ ਹੋ ਜਾਂਦੇ ਆ, ਸਟ੍ਰੇਨ ਪੈ ਜਾਂਦਾ ਤੁਹਾਡੇ। ਔਰ ਇਸ ਕਰਕੇ ਮੈਡੀਟੇਸ਼ਨ ਜਿਹੜੀ ਹੈਗੀ ਆ ਉਹ ਜ਼ਿਆਦਾ ਇੰਪੋਰਟੈਂਟ ਹੈਗੀ ਆ। ਫਰਸਟ੍ਰੇਸ਼ਨ ਹੋ ਜਾਂਦੀ, ਇਰੀਟੇਬਿਲਿਟੀ, ਡਿਪਰੈਸ਼ਨ ਤੇ ਹੋਰ ਵੀ ਕਈ ਸਾਈਕੋਲੋਜੀਕਲ ਐਸਪੈਕਟਸ ਜਿਹੜੇ ਹੈਗੇ ਆ ਉਹ ਕ੍ਰੋਨਿਕ ਪੇਨ ਨੂੰ ਠੀਕ ਕਰਨ ਦੇ ਲਈ ਮਤਲਬ ਜ਼ਰੂਰੀ ਹੈਗੇ ਆ। ਤੇ ਮੈਡੀਟੇਸ਼ਨ, ਯੋਗਾ, ਟਾਈਚੀ,
ਤੇ ਹੋਰ ਕੋਗਨੀਟਿਵ ਐਂਡ ਰਿਲੈਕਸੇਸ਼ਨ ਸਟ੍ਰੈਟਜੀ ਜਿਹੜੀਆਂ ਹੈਗੀਆਂ ਆ ਉਹ ਮਾਈਂਡ ਨੂੰ ਸੈੱਟ ਕਰਨ ਦੇ ਲਈ ਜ਼ਰੂਰੀ ਹੈ। ਔਰ ਅਗਰ ਸਾਡਾ ਮਾਈਂਡ ਸੈੱਟ ਹੈ ਤੇ ਉਹਦੇ ਨਾਲ ਸਾਡਾ ਜਿਹੜਾ ਪੇਨ ਹੈਗਾ ਆ ਉਹਦਾ ਵੀ ਸਾਨੂੰ ਫਾਇਦਾ ਹੁੰਦਾ ਆ ਔਰ ਪੇਨ ਵੀ ਘੱਟ ਮਹਿਸੂਸ ਹੁੰਦਾ ਹੈਗਾ ਆ। ਜੇ ਅਸੀਂ 1 to 10 ਤੱਕ ਦੇਖੀਏ ਤਾਂ ਜੇ ਸਾਡਾ ਮਾਈਂਡ ਫਰੈਸ਼ ਹੈਗਾ ਆ, ਸਹੀ ਹੈਗਾ ਆ ਤੇ ਅਸੀਂ ਹਾਈ ਸਪਿਰਿਟਸ ਦੇ ਵਿੱਚ ਆ ਤੇ ਉਹੀ ਪੇਨ ਜਿਹੜਾ ਹੈਗਾ ਆ ਉਹ ਸਾਨੂੰ 4 ਤੱਕ ਮਹਿਸੂਸ ਹੋਏਗਾ। ਤੇ ਜੇ ਅਸੀਂ ਡਿਪਰੈਸ ਹੈਗੇ ਆ ਜਾਂ ਸਾਨੂੰ ਮਤਲਬ ਕੋਈ ਦਿਮਾਗੀ ਪਰੇਸ਼ਾਨੀ ਹੈਗੀ ਆ ਤਾਂ ਉਹੀ ਪੇਨ ਜਿਹੜਾ ਹੈ 6-7 ਤੇ ਮਹਿਸੂਸ ਹੋਏਗਾ 10 ਚੋਂ। ਸੋ ਇਸ ਕਰਕੇ ਜੇ ਸਾਡੀ ਮੈਡੀਟੇਸ਼ਨ ਹੈ ਜਾਂ ਮਾਈਂਡਫੁਲਨੈਸ ਹੈ ਤੇ ਅਸੀਂ ਚੀਅਰਫੁਲ ਹੈਗੇ ਆ ਤਾਂ ਸਾਨੂੰ ਪੇਨ ਦੀ ਜਿਹੜੀ ਮਤਲਬ ਮਹਿਸੂਸ ਹੋਣ ਦੀ ਸ਼ਕਤੀ ਹੈਗੀ ਆ ਉਹ ਘਟ ਜਾਂਦੀ ਹੈਗੀ ਆ। ਲਾਈਫ ਸਟਾਈਲ ਮੋਡੀਫਿਕੇਸ਼ਨਸ ਕਿਹੜੀਆਂ ਅਸੀਂ ਕਰ ਸਕਦੇ ਹੈਗੇ ਆ ਤੇ ਜਦੋਂ ਕ੍ਰੋਨਿਕ ਪੇਨ ਹੈਗਾ ਤੇ ਇਹਦੇ ਲਈ ਸਾਨੂੰ ਲਿਮਿਟੇਸ਼ਨ ਜਿਹੜੀਆਂ ਹੈਗੀਆਂ ਉਹ ਐਕਸੈਪਟ ਕਰਨੀਆਂ ਤੇ ਉਹਦੇ ਨਾਲ ਸਾਨੂੰ ਅਡੈਪਟ ਕਰਨਾ ਪੈਂਦਾ ਹੈ। ਤਾਂ ਆਪਣੀ ਬਾਡੀ ਨੂੰ ਲਿਸਨ ਕਰਨਾ ਹੈ, ਬਾਡੀ ਨੂੰ ਸਮਝਣਾ ਹੈ ਤੇ ਉਹਦੇ ਮੁਤਾਬਕ ਹੀ ਚੱਲਣਾ ਹੈ। ਤੇ ਜਿਹੜੇ ਤੁਸੀਂ ਝੁਕ ਕੇ ਲਾਨ ਮੂਵਿੰਗ ਕਰਦੇ ਹੋ ਜਾਂ ਗਰੋਸਰੀ ਚੱਕਣ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਮਤਲਬ ਝੁਕਾਉਂਦੇ ਹੋ, ਇਹ ਚੀਜ਼ਾਂ ਦਾ ਪਰਹੇਜ਼ ਕਰਨਾ ਹੈਗਾ ਆ। ਐਕਟੀਵਿਟੀ ਜਿਹੜੀਆਂ ਤੁਹਾਡੇ ਪੇਨ ਨੂੰ ਜ਼ਿਆਦਾ ਖਰਾਬ ਕਰਦੀਆਂ ਆ ਉਹਨਾਂ ਨੂੰ ਅਵੋਇਡ ਕਰਨਾ, ਝੁਕਣ ਵਾਲੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਆ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਕਿ ਜੇ ਕੋਈ ਨੀਚਿਓਂ ਚੀਜ਼ ਚੱਕਣੀ ਹੈਗੀ ਆ ਤੁਸੀਂ ਆਪਣੀਆਂ ਲੱਤਾਂ ਚੌੜੀਆਂ ਕਰਨੀਆਂ ਔਰ ਗੋਡਿਆਂ ਨੂੰ ਮੋੜ ਕੇ ਤੁਸੀਂ ਆਪਣੇ ਸੈਂਟਰ ਦੇ ਵਿੱਚੋਂ ਉਹ ਚੀਜ਼ ਚੱਕ ਲੈਣੀ ਹੈਗੀ ਆ। ਸੋ ਇਸ ਕਰਕੇ ਮਤਲਬ ਕੁਛ ਇੱਕ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਆ ਉਹਨਾਂ ਨੂੰ ਤੁਸੀਂ ਅਵੋਇਡ ਕਰਨਾ ਹੈ ਤੇ ਕੁਛ ਇੱਕ ਐਕਟੀਵਿਟੀਜ਼ ਨੂੰ ਅਡੈਪਟ ਕਰਨਾ ਹੈਗਾ ਆ। ਹੋਰ ਲਾਈਫ ਸਟਾਈਲ ਚੇਂਜ ਹੈਗੀ ਆ ਕਿ ਜਿਹੜਾ ਸਮੋਕ ਕਰਦੇ ਲੋਕ ਉਹਨਾਂ ਤੋਂ ਸਮੋਕਿੰਗ ਤੋਂ ਬਚਣਾ ਹੈਗਾ ਆ ਕਿਉਂਕਿ ਜਿਹੜਾ ਪੇਨ ਬੈਕ ਪੇਨ ਹੈਗਾ ਆ ਉਹ ਨਿਕੋਟੀਨ ਜਿਹੜੀ ਹੈਗੀ ਆ ਸਾਇੰਟੀਫਿਕਲੀ ਨੋਨ ਹੈਗੀ ਆ ਕਿ ਦਰਦ ਨੂੰ ਬੜਾਵਾ ਦਿੰਦੀ ਹੈਗੀ ਆ ਤੇ ਜਿਹੜੀ ਹੀਲਿੰਗ ਹੈਗੀ ਆ ਉਹਨੂੰ ਵੀ ਕਮਜ਼ੋਰ ਕਰਦੀ ਆ ਔਰ ਬਹੁਤ ਡਿਲੇ ਕਰਦੀ ਹੈਗੀ ਆ। ਸੋ ਇਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਸਿਗਰਟ ਦਾ ਸਮੋਕਿੰਗ ਕਰਦੇ ਹੈਗੇ ਆ ਉਹਨੂੰ ਛੱਡਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਜਿਹੜਾ ਬੈਕ ਪੇਨ ਆ ਉਹ ਠੀਕ ਹੋ ਜਾਏ। ਆਲਟਰਨੇਟ ਟ੍ਰੀਟਮੈਂਟਸ ਹੈਗੀਆਂ ਕਈ, ਜਿੱਦਾਂ ਐਕੂਪੰਕਚਰ ਹੈ, ਮਸਾਜ ਹੈ ਤੇ ਬਾਇਓ ਫੀਡਬੈਕ ਥੈਰੇਪੀ ਹੈ, ਲੇਜ਼ਰ ਥੈਰੇਪੀ ਹੈ, ਇਲੈਕਟ੍ਰੀਕਲ ਨਰਵ ਸਟਿਮੂਲੇਸ਼ਨ ਹੈਗੇ ਆ ਤੇ ਹੋਰ ਵੀ ਨਾਨ ਸਰਜੀਕਲ ਸਪਾਈਨ ਟ੍ਰੀਟਮੈਂਟਸ ਹੈਗੀਆਂ ਆ ਜਿਹੜੀਆਂ ਕਿ ਕ੍ਰੋਨਿਕ ਬੈਕ ਪੇਨ ਦੇ ਲਈ ਲਾਹੇਵੰਦ ਹੁੰਦੀਆਂ ਹੈਗੀਆਂ। ਇਹ ਤੁਸੀਂ ਸਪੈਸ਼ਲਿਸਟ ਨਾਲ ਵੀ ਗੱਲ ਕਰ ਸਕਦੇ ਆ ਤੇ ਇਹ ਵੀ ਇਸਤੇਮਾਲ ਹੋ ਸਕਦੀਆਂ ਜੇ ਕਿਤੇ ਤੁਹਾਡੀਆਂ ਅਦਰਵਾਈਜ਼ ਤੁਹਾਡਾ ਪੇਨ ਜਿਹੜਾ ਆ ਉਹ ਠੀਕ ਨਹੀਂ ਹੁੰਦਾ। ਗ੍ਰੀਨ ਟੀ ਜਿਹੜੀ ਹੈਗੀ ਆ ਇਹ ਬਹੁਤ ਵਧੀਆ ਚੀਜ਼ ਹੈਗੀ ਆ ਔਰ ਇਹ ਐਂਟੀ ਇਨਫਲੇਮੇਟਰੀ ਹੁੰਦੀ ਹੈਗੀ ਆ ਔਰ ਲਾਈਫ ਸਟਾਈਲ ਜਿਹੜਾ ਹੈਗਾ ਆ ਇਹਦੇ ਨਾਲ ਐਸੋਸੀਏਟਡ ਨਿਊਟ੍ਰੀਸ਼ਨਲ ਚੇਂਜਸ ਜਿਹੜੀਆਂ ਹੈਗੀਆਂ ਆ ਇਹ ਸਾਡੀ ਇਨਫਲੇਮੇਸ਼ਨ ਨੂੰ ਕੰਬੈਟ ਕਰਦੀ ਹੈਗੀ ਆ। ਹੋਰ ਟੀਜ਼ ਜਿਹੜੀਆਂ ਹੈਗੀਆਂ ਆ ਉਹ ਵੀ ਇਨਫਲੇਮੇਸ਼ਨ ਰਿਡਿਊਸ ਕਰਦੀਆਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਲਦੀ ਹੈਗੀ ਆ, ਤੁਲਸੀ ਹੈਗੀ ਆ ਜਾਂ ਅਦਰਕ ਦੀ ਚਾਹ ਹੈਗੀ ਆ, ਇਹ ਵੀ ਬਹੁਤ ਫਾਇਦੇਮੰਦ ਹੈਗੀਆਂ ਇਸ ਬੈਕ ਪੇਨ ਦੇ ਵਿੱਚ। ਜਿਹੜਾ ਲੰਮੇ ਪੈ ਰਹਿਣਾ ਹੈਗਾ ਆ ਇਹ ਜਿਹੜਾ ਬੈਕ ਪੇਨ ਹੈ ਉਹਨੂੰ ਜ਼ਿਆਦਾ ਕਰਦਾ ਹੈ ਤੇ ਜੇ ਓਵਰ ਸਲੀਪ ਕਰਦੇ ਆ ਜਾਂ ਬੈਡ ਮੈਟਰੈਸ ਹੈਗੀ ਆ ਉਹਦੇ ਵਿੱਚ ਉੱਤੇ ਅਗਰ ਤੁਸੀਂ ਪੈਨੇ ਹੈਗੇ ਆ ਇਹ ਅਨਕੰਫਰਟੇਬਲ ਸਲੀਪਿੰਗ ਕੰਡੀਸ਼ਨਸ ਹੈਗੀਆਂ ਆ, ਲੌਂਗਰ ਪੀਰੀਅਡ ਲਈ ਤੁਸੀਂ ਪਏ ਰਹਿੰਦੇ ਆ ਤਾਂ ਇਹ ਤੁਹਾਨੂੰ ਜ਼ਿਆਦਾ ਤਕਲੀਫ ਦੇ ਸਕਦੀ ਆ। ਨੈਚੁਰਲ ਕਰਵ ਜਿਹੜੀ ਹੈਗੀ ਸਪਾਈਨ ਦੀ ਉਹ ਵੀ ਤੁਹਾਡੇ ਸਪਾਈਨ ਨੂੰ ਜ਼ਿਆਦਾ ਮਤਲਬ ਤਕਲੀਫ ਦੇ ਸਕਦੀ ਹੈਗੀ ਆ। ਤੇ ਬੈਕ ਦੇ ਉੱਤੇ ਤੁਸੀਂ ਅਗਰ ਬੈਕ ਦੇ ਉੱਤੇ ਲੰਮੇ ਪੈਨੇ ਹੈਗੇ ਆ ਉਹ ਵੀ ਤੁਹਾਡੇ ਮਸਲ ਜਿਹੜੇ ਹੈਗੇ ਆ ਉਹ ਨਾਰਮਲ ਕਰਵੇਚਰ ਨੂੰ ਠੀਕ ਤਰ੍ਹਾਂ ਨਹੀਂ ਰੱਖ ਸਕਦੇ ਤੇ ਉਹ ਵੀ ਥੱਕ ਜਾਂਦੇ ਆ ਔਰ ਉਹਦੇ ਨਾਲ ਵੀ ਤੁਹਾਡਾ ਦਰਦ ਹੋ ਜਾਂਦਾ। ਇਸ ਲਈ ਬਹੁਤੀ ਦੇਰ ਬੈਕ ਦੇ ਭਾਰ ਪੈਣਾ ਨਹੀਂ ਠੀਕ। ਵਾਕਿੰਗ ਜਿਹੜੀ ਹੈਗੀ ਆ ਇਹ ਕੀ ਅੱਛੀ ਹੈਗੀ ਆ? ਹਾਂ, ਦੀ ਸਿੰਪਲ ਮੂਵਮੈਂਟ ਆਫ ਵਾਕਿੰਗ ਇਜ਼
ਬੈਸਟ ਹੈਗੀ ਆ, ਜਿਹੜੀ ਕਿ ਤੁਹਾਡੇ ਕ੍ਰੋਨਿਕ ਲੋਅਰ ਬੈਕ ਪੇਨ ਦੇ ਲਈ ਬਹੁਤ ਹੀ ਜ਼ਰੂਰੀ ਹੈਗੀ ਆ। 10 to 15 10 ਤੋਂ 15 ਮਿੰਟ ਦੀ ਜਿਹੜੀ ਵਾਕਿੰਗ ਹੈਗੀ ਆ ਸਵੇਰੇ ਸ਼ਾਮੀ, ਉਹ ਤੁਹਾਡਾ ਲੋਅਰ ਬੈਕ ਪੇਨ ਜਿਹੜਾ ਆ ਉਹਨੂੰ ਠੀਕ ਕਰ ਦਿੰਦੀ ਹੈਗੀ ਆ। ਇਹਦੀ ਐਕਟੀਵਿਟੀ ਦੇ ਲਈ ਵਿਗਰਸ ਟਾਈਪ ਆਫ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ। ਜਿਹੜੇ ਫੂਡਸ ਹੈਗੇ ਆ ਜਿਹੜੇ ਸਾਨੂੰ ਬੈਕ ਪੇਨ ਲਈ ਅਵੋਇਡ ਕਰਨੇ ਆ, ਉਹ ਇਹ ਆ, ਇੱਕ ਤਾਂ ਸ਼ੂਗਰੀ ਫੂਡਸ ਹੈਗੇ ਆ, ਜਿੰਨਿਆਂ ਦੇ ਵਿੱਚ ਕੋਈ ਮਿੱਠਾ ਹੁੰਦਾ ਹੈਗਾ, ਮਿੱਠੇ ਫੂਡਸ ਜਿੰਨੇ ਵੀ ਹੈਗੇ ਆ ਇਹ ਵਰਸਟ ਫੂਡ ਹੈਗੇ ਆ, ਸਾਡੀ ਇਨਫਲੇਮੇਸ਼ਨ ਜਿਹੜੀ ਆ ਉਹਨੂੰ ਜ਼ਿਆਦਾ ਬੜਾਵਾ ਦਿੰਦੇ ਹੈਗੇ ਆ। ਫਿਰ ਜਿੰਨੇ ਵੈਜੀਟੇਬਲ ਆਇਲਸ ਹੈਗੇ ਆ, ਜਿੱਦਾਂ ਕਿ ਕਾਰਨ ਆਇਲ ਹੈ, ਆਪਣਾ ਸੂਰਜਮੁਖੀ ਦਾ ਤੇਲ ਹੈਗਾ, ਜਾਂ ਹੋਰ ਇਦਾਂ ਦੇ ਜਿੰਨੇ ਵੀ ਵੈਜੀਟੇਬਲ ਆਇਲਸ ਹੈਗੇ ਆ, ਉਹ ਸਾਰੇ ਜਿਹੜੇ ਹੈਗੇ ਆ ਉਹ ਅਵੋਇਡ ਕਰਨੇ ਚਾਹੀਦੇ ਆ, ਕਿਉਂਕਿ ਇਹਨਾਂ ਵਿੱਚ ਓਮੇਗਾ 6 ਫੈਟੀ ਐਸਿਡ ਹੁੰਦਾ ਆ, ਜਿਹੜਾ ਕਿ ਇਨਫਲੇਮੇਟਰੀ ਹੈਗਾ ਆ। ਰਿਫਾਈਨਡ ਗ੍ਰੇਨਸ ਵੀ ਨਹੀਂ ਜਿੰਨੇ ਹੈਗੇ ਆ ਉਹ ਵੀ ਸਾਨੂੰ ਅਵੋਇਡ ਕਰਨੇ ਹੈਗੇ ਚਾਹੀਦੇ ਹੈਗੇ ਆ। ਫਿਰ ਡੇਰੀ ਪ੍ਰੋਡਕਟਸ ਹੈਗੇ ਆ, ਉਹ ਵੀ ਜਿੱਦਾਂ ਦੁੱਧ ਵਗੈਰਾ ਹੈਗਾ ਜਾਂ ਦੁੱਧ ਦੇ ਬਣੇ ਹੋਏ ਪ੍ਰੋਡਕਟ ਹੈਗੇ ਆ, ਉਹ ਵੀ ਇਨਫਲੇਮੇਟਰੀ ਹੈਗੇ ਆ। ਪ੍ਰੋਸੈਸਡ ਕਾਰਨ ਜਾਂ ਪ੍ਰੋਸੈਸਡ ਫੂਡ ਜਿੰਨੇ ਹੈਗੇ ਆ ਉਹ ਵੀ ਅਵੋਇਡ ਕਰਨੇ ਚਾਹੀਦੇ ਆ। ਫਿਰ ਰੈੱਡ ਮੀਟ ਹੈ ਜਾਂ ਹੋਰ ਜਾਨੀ ਐਨੀਮਲ ਪ੍ਰੋਡਕਟਸ ਹੈਗੇ ਆ, ਉਹ ਵੀ ਸਾਨੂੰ ਅਵੋਇਡ ਕਰਨੇ ਚਾਹੀਦੇ ਆ। ਤੇ ਜਿਹੜੇ ਕੈਮੀਕਲਸ ਦੇ ਫੂਡ ਲੇਡਨ ਹੈਗੇ, ਲੇਡਨ ਵਿਦ ਕੈਮੀਕਲਸ ਹੈਗੇ ਆ, ਉਹ ਵੀ ਸਾਨੂੰ ਅਵੋਇਡ ਕਰਨੇ ਚਾਹੀਦੇ ਆ। ਉਹ ਵੀ ਇਸ ਬੈਕ ਪੇਨ ਦੇ ਲਈ ਮਤਲਬ ਜ਼ਿਆਦਾ ਨੁਕਸਾਨਦੇਹ ਆ। ਨੁਕਸਾਨ ਤਾਂ ਉਹ ਸਾਰੇ ਸਰੀਰ ਦੇ ਇਨਫਲੇਮੇਸ਼ਨ ਲਈ ਦਿੰਦੇ ਆ, ਪਰ ਬੈਕ ਪੇਨ ਲਈ ਉਹ ਬਿਲਕੁਲ ਅਵੋਇਡ ਕਰਨੇ ਚਾਹੀਦੇ ਆ। ਜਦੋਂ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਮੇਰਾ ਜਿਹੜਾ ਬੈਕ ਪੇਨ ਆ ਉਹ ਬਹੁਤ ਸੀਰੀਅਸ ਹੈਗਾ ਆ? 8 ਸਾਈਨ ਹੈਗੇ ਆ ਜਿਹੜੇ ਕਿ ਜਦੋਂ ਜ਼ਿਆਦਾ ਹੋਵੇ ਤੇ ਫਿਰ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ। ਤੇ ਜੇ ਤੁਹਾਡਾ ਪੇਨ 1 ਹਫ਼ਤੇ ਤੋਂ ਜ਼ਿਆਦਾ ਉੱਪਰ ਹੋ ਚੁੱਕਿਆ ਤੇ ਫਿਰ ਤੁਹਾਨੂੰ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ। ਤੇ ਜਦੋਂ ਤੁਹਾਡਾ ਪੇਨ ਕਿਸੇ ਹੋਰ ਬੋਡੀ ਪਾਰਟ, ਪਹਿਲਾਂ ਤਾਂ ਬੈਕ ਪੇਨ ਸੀ, ਫਿਰ ਕਿਸੇ ਹੋਰ ਬੋਡੀ ਪਾਰਟ ਦੇ ਵਿੱਚ ਐਕਸਟੈਂਡ ਕਰ ਗਿਆ ਹੈ, ਤਾਂ ਫਿਰ ਵੀ ਤੁਹਾਨੂੰ ਡਾਕਟਰ ਨੂੰ ਕੰਸਲਟ ਕਰ ਲੈਣਾ। ਫਿਰ ਜੇ ਤੁਹਾਡੇ ਨੰਬਨੈਸ, ਟਿੰਗਲਿੰਗ ਤੇ ਵੀਕਨੈਸ ਹੁੰਦੀ ਆ ਕਿਸੇ ਪਾਰਟ ਦੇ ਵਿੱਚ, ਲੱਤਾਂ ਦੇ ਵਿੱਚ, ਮਤਲਬ ਤੁਹਾਡੀ ਨਰਵ ਪੇਨ ਹੋ ਗਿਆ ਹੈ ਜਾਂ ਤੁਹਾਡੇ ਟਿੰਗਲਿੰਗ ਵਗੈਰਾ ਹੁੰਦੀ ਆ, ਤੇ ਉਸ ਵੇਲੇ ਵੀ ਤੁਹਾਨੂੰ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ ਹੈ। ਤੇ ਜੇ ਦਰਦ ਜਿਹੜਾ ਹੈ ਕਿਸੇ ਐਕਸੀਡੈਂਟ ਤੋਂ ਬਾਅਦ 'ਚ ਹੋਇਆ, ਫਿਰ ਵੀ ਇਹ ਸੀਰੀਅਸ ਹੈਗਾ ਆ। ਹੋ ਸਕਦਾ ਹੈ ਕਿ ਉਹਦੇ ਨਾਲ ਕਾਫੀ ਤੁਹਾਡਾ ਹੋਰ ਵੀ ਕੋਈ ਐਕਸੀਡੈਂਟ ਦੇ ਵਿੱਚ ਪ੍ਰੋਬਲਮ ਆਈ ਹੋਵੇ। ਤੇ ਤੁਹਾਡਾ ਜਿਹੜਾ ਪੇਨ ਹੈਗਾ ਆ ਕਈ ਟਾਈਮ ਤੇ ਬਹੁਤ ਜ਼ਿਆਦਾ ਤੋਂ ਜ਼ਿਆਦਾ ਹੋ ਜਾਂਦਾ ਆ, ਔਰ ਕਈ ਪੋਜੀਸ਼ਨ ਜਿਹੜੀ ਤੁਹਾਡੀ ਬੋਡੀ ਦੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਆ, ਤੇ ਉਹਨੂੰ ਵੀ ਤੁਹਾਨੂੰ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ ਹੈ। ਤੇ ਜਾਂ ਜਦੋਂ ਅਗਰ ਤੁਹਾਡੇ ਦਰਦ ਦੇ ਨਾਲ ਤੁਹਾਡੀਆਂ ਬਾਵਲ ਪ੍ਰੋਬਲਮਸ ਹੋ ਜਾਂਦੀਆਂ, ਤੁਹਾਡੇ ਲੈਟਰਿਨ ਦੇ ਵਿੱਚ ਜਾਂ ਡੈਫੀਕੇਸ਼ਨ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਆ, ਜਾਂ ਯੂਰੀਨੇਸ਼ਨ ਦੇ ਵਿੱਚ, ਪਿਸ਼ਾਬ ਦੇ ਵਿੱਚ ਵੀ ਕੋਈ ਪ੍ਰੋਬਲਮ ਆ ਜਾਂਦੀ ਆ, ਤਾਂ ਫਿਰ ਵੀ ਇਹਦਾ ਮਤਲਬ ਹੈਗਾ ਆ ਕਿ ਤੁਹਾਨੂੰ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ। ਉਹ ਵੀ ਇੱਕ ਸੀਰੀਅਸ ਪ੍ਰੋਬਲਮ ਹੋ ਸਕਦੀ ਆ, ਕਿਉਂਕਿ ਉਹਦੇ ਨਾਲ ਤੁਹਾਡਾ ਕੋਈ ਵੀ ਅੰਦਰਲਾ ਨੁਕਸ ਹੋਰ ਵੱਧ ਸਕਦਾ ਹੈਗਾ ਆ। ਸੋ ਇਹ ਗੱਲਾਂ ਦਾ ਖਿਆਲ ਰੱਖਣਾ ਹੈਗਾ ਆ। ਲੇਡੀਜ਼ ਦੇ ਵਿੱਚ ਜਿਹੜਾ ਅਪਰ ਬੈਕ ਪੇਨ ਯੂਜ਼ਲੀ ਪੂਅਰ ਪੋਸਚਰ ਕਰਕੇ ਹੁੰਦਾ ਹੈਗਾ ਆ। ਸਲਾਊਚਿੰਗ, ਪੁਸ਼ਿੰਗ ਦਾ ਹੈਡ ਫਾਰਵਰਡ ਵਾਈਲ ਸਿਟਿੰਗ ਔਰ ਸਟੈਂਡਿੰਗ, ਕਾਜ਼ਿੰਗ ਮਿਸਅਲਾਈਨਮੈਂਟ ਆਫ ਦਾ ਸਪਾਈਨ। ਤੇ ਮਸਲ ਓਵਰਯੂਜ਼ ਔਰ ਸਟ੍ਰੇਨ ਜਿਹੜਾ ਹੈਗਾ ਲੇਡੀਜ਼ ਦੇ ਵਿੱਚ, ਰੈਪੀਟੀਟਿਵ ਮੋਸ਼ਨ ਜਿਹੜਾ ਹੈਗਾ, ਲਿਫਟਿੰਗ ਆਈਟਮਸ ਔਰ ਚਿਲਡਰਨ ਇਨਕਰੈਕਟਲੀ, ਇਹ ਉਹਦੇ ਕਰਕੇ ਇਹ ਲੇਡੀਜ਼ ਦੇ ਵਿੱਚ ਬੈਕ ਪੇਨ ਹੋ ਜਾਂਦਾ ਆ। ਕਈ ਵਾਰੀ ਫਿਰ ਇੰਜਰੀ ਟੂ ਡਿਸਕਸ ਹੋ ਜਾਂਦੀ ਆ, ਮਸਲਸ ਤੇ ਲਿਗਾਮੈਂਟਸ ਦੇ ਵਿੱਚ ਸਟ੍ਰੇਨ ਨਾਲ ਕਾਫੀ, ਔਰ ਪੂਅਰ ਪੋਸਚਰ ਦੇ ਨਾਲ ਇਹ ਲੇਡੀਜ਼ ਦੇ ਵਿੱਚ ਵੀ ਇਹ ਕਾਫੀ ਪੇਨ ਹੋ ਜਾਂਦਾ ਹੈ। ਇੰਟਰਨਲ ਆਰਗਨ ਜਿਹੜੇ ਹੈਗੇ ਆ, ਕਿਡਨੀ ਦੀ ਪ੍ਰੋਬਲਮ ਹੋਏਗੀ, ਪੈਂਕਰੀਆਸ ਦੀ ਹੋਏਗੀ, ਕੋਲਨ ਦੀ ਤੇ ਯੂਟਰਸ ਦੀ, ਇਹ ਜਿਹੜੇ ਆ ਲੋਅਰ ਬੈਕ ਦੇ ਲਾਗੇ ਆਰਗਨਸ ਹੁੰਦੇ ਆ। ਅਗਰ ਇਹਨਾਂ 'ਚ ਵੀ ਕੋਈ ਪ੍ਰੋਬਲਮ ਹੋਵੇ ਤਾਂ ਉਹ ਵੀ ਰੈਫਰਡ ਪੇਨ ਜਿਹੜਾ ਹੈਗਾ ਆ ਉਹ ਲੋਅਰ ਬੈਕ ਦੇ ਵਿੱਚ ਆ ਜਾਂਦਾ ਹੈਗਾ ਆ।
ਇਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਕੋਈ ਵੀ ਪੇਨ ਹੈਗਾ ਆ ਤੇ ਲੈਫਟ ਸਾਈਡ ਦੇ ਵਿੱਚ ਤਕਰੀਬਨ ਹੁੰਦਾ ਹੈਗਾ ਆ। ਅਗਰ ਲੈਫਟ ਸਾਈਡ ਦੇ ਵਿੱਚ ਲੋਅਰ ਬੈਕ ਪੇਨ ਤੇ ਹੈਗਾ ਆ ਤਾਂ ਇਹਨਾਂ ਆਰਗਨਸ ਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਹੈ। ਤੇ ਜਿਹੜੇ ਜ਼ਿਆਦਾਤਰ ਹੈਗੇ ਆ ਇਹਨਾਂ ਦੇ ਵਿੱਚ ਟ੍ਰੀਟਮੈਂਟ ਦੀ ਲੋੜ ਹੁੰਦੀ ਆ, ਪਰ ਜਿਹੜੇ ਜ਼ਿਆਦਾਤਰ ਹੈਗੇ ਆ ਔਰ ਇਹ ਸੀਰੀਅਸ ਨਹੀਂ ਹੁੰਦੀ, ਇਹ ਧਿਆਨ ਵਿੱਚ ਰੱਖਣਾ ਪੈਂਦਾ ਆ। ਡਾਇਬਟਿਕਸ ਦੇ ਵਿੱਚ ਬੈਕ ਪੇਨ ਕਿਸ ਤਰ੍ਹਾਂ ਹੋ ਜਾਂਦਾ ਆ? ਇਹ ਡਾਇਬਟੀਜ਼ ਜਿਹੜੀ ਆ ਉਹ ਵੀ ਰਿਸਕ ਫੈਕਟਰ ਹੈਗੀ ਆ ਲੋਅਰ ਬੈਕ ਪੇਨ 'ਚ, ਉਹਦੇ ਨਾਲ ਹੋ ਜਾਂਦਾ ਹੈਗਾ। ਇਹ ਸਪਾਈਨਲ ਪੇਨ ਡਾਇਬਟੀਜ਼ ਰਿਲੇਟਡ ਇੰਬੈਲੈਂਸਿਸ ਬਲੱਡ ਸ਼ੂਗਰ ਦੇ ਕਰਕੇ ਹੋ ਜਾਂਦਾ। ਇਨਸੂਲਿਨ ਤੇ ਫ੍ਰੀ ਰੈਡੀਕਲਸ ਜਿਹੜੇ ਹੈਗੇ ਆ ਉਹ, ਤੇ ਨਰਵ ਪੇਨ ਜਿਹੜਾ ਹੈਗਾ ਆ ਉਹ ਵੀ ਹੋ ਜਾਂਦਾ, ਕਿਉਂਕਿ ਨੋਰਾਈਟਿਸ ਜਿਹੜੀ ਹੈਗੀ ਆ ਡਾਇਬਟੀਜ਼ ਦੇ ਵਿੱਚ, ਡਾਇਬੈਟਿਕ ਨਿਊਰੋਪੈਥੀ ਉਹ ਹੋ ਜਾਂਦੀ ਹੈਗੀ ਆ। ਉਹਦੇ ਨਾਲ ਵੀ ਇਹ ਜਿਹੜਾ ਬੈਕ ਪੇਨ ਹੈਗਾ ਆ ਉਹ ਡਾਇਬਟਿਕਸ ਦੇ ਵਿੱਚ ਹੋ ਜਾਂਦਾ ਹੈਗਾ ਆ। ਕਿਹੜੀਆਂ ਐਕਸਰਸਾਈਜ਼ਸ ਸਾਨੂੰ ਅਵੋਇਡ ਕਰਨੀਆਂ ਪੈਂਦੀਆਂ ਬੈਕ ਪੇਨ ਦੇ ਵਿੱਚ? ਇੱਕ ਤਾਂ ਕਰੰਚਸ ਹੈਗੇ ਆ, ਮੋਡੀਫਾਈਡ ਸਿਟ ਅਪਸ ਹੈਗੀਆਂ ਜਿਹੜੀਆਂ ਉੱਠ ਬੈਠਕ ਹੈਗੀਆਂ ਆ, ਤੇ ਹਾਈ ਇੰਪੈਕਟ ਐਕਟੀਵਿਟੀਜ਼ ਹੈਗੀਆਂ, ਬਹੁਤ ਜ਼ਿਆਦਾ ਦੌੜਾਂ ਲਾਉਣੀਆਂ ਜਾਂ ਇਸ ਤਰ੍ਹਾਂ ਦੀਆਂ। ਉਹਦੇ ਲਈ ਫਿਰ ਤੁਸੀਂ ਜਾਂ ਤਾਂ ਵਾਟਰ ਐਰੋਬਿਕਸ ਕਰ ਸਕਦੇ ਆ ਜਾਂ ਯੋਗਾ ਕਰ ਸਕਦੇ ਹੈਗੇ ਆ। ਰਨਿੰਗ ਜਿਹੜਾ ਹੈਗਾ ਆ ਉਹ ਅਵੋਇਡ ਕਰਨਾ ਆ, ਰਨਿੰਗ ਦੀ ਬਜਾਏ ਤੁਸੀਂ ਵਾਕਿੰਗ ਜਿਹੜਾ ਆ ਉਹ ਕਰ ਸਕਦੇ ਹੈਗੇ ਆ। ਬਾਈਕਿੰਗ ਆਫ ਰੋਡ ਦੇ ਬਜਾਏ ਤੁਸੀਂ ਰਿਕੰਪਟ ਝੁੱਕ ਕੇ ਜਿਹੜਾ ਤੁਸੀਂ ਜਿਹੜੇ ਅੱਜ ਕੱਲ੍ਹ ਦੇ ਸਾਈਕਲ ਹੈਗੇ ਆ ਉਹਨਾਂ ਦਾ ਬਹੁਤ ਮਤਲਬ ਮੋਰ ਨੂੰ ਬਹੁਤ ਝੁੱਕ ਕੇ ਚਲਾਉਣੇ ਹੁੰਦੇ ਆ, ਉਹਦੇ ਨਾਲ ਤੁਹਾਡਾ ਜਿਹੜਾ ਲੋਅਰ ਬੈਕ ਹੈਗੀ ਆ ਉਹ ਸਟ੍ਰੇਟ ਰਹਿੰਦੀ ਆ, ਔਰ ਉਹ ਤੁਸੀਂ ਕਰ ਸਕਦੇ ਆ ਇਨਸਟੈਡ ਆਫ ਜਿਹੜੇ ਨਾਰਮਲ ਸਾਈਕਲਿੰਗ ਹੈਗੀ ਆ। ਲੋ ਬੈਕ ਨੂੰ ਕੀ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ? ਹਾਂ, ਉਦਾਂ ਤਾਂ ਤੁਸੀਂ ਲੋ ਬੈਕ ਨੂੰ ਪ੍ਰੀਵੈਂਟ ਜਿਹੜਾ ਡਿਜ਼ੀਜ਼ ਔਰ ਸਟਰਕਚਰਲ ਪ੍ਰੋਬਲਮ ਹੈਗੀ ਆ ਉਹਦੇ ਨਾਲ ਨਹੀਂ ਕਰ ਸਕਦੇ, ਪਰ ਜਿਹੜੀਆਂ ਇੰਜਰੀਜ਼ ਹੈਗੀਆਂ ਆ ਉਹ ਅਸੀਂ ਅਵੋਇਡ ਕਰ ਸਕਦੇ ਹੈਗੇ ਆ। ਬੈਕ ਇੰਜਰੀ ਕਿਸ ਤਰ੍ਹਾਂ ਅਵੋਇਡ ਕਰ ਸਕਦੇ? ਇੱਕ ਤਾਂ ਹੈਲਦੀ ਵੇਟ ਜਿਹੜਾ ਹੈਗਾ ਆ ਉਹ ਤੁਹਾਡਾ ਵੇਟ ਹੈਲਦੀ ਹੋਣਾ ਚਾਹੀਦਾ ਹੈ। ਜਿਹੜਾ ਐਕਸੈਸ ਵੇਟ ਹੈਗਾ ਤੁਹਾਡਾ, ਜੇ ਪੇਟ ਕਾਫੀ ਅੱਗੇ ਨਿਕਲਿਆ ਹੈਗਾ ਆ, ਉਹ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਤੁਹਾਡੇ ਰੀੜ੍ਹ ਦੀ ਹੱਡੀ ਉੱਤੇ ਪਾ ਕੇ ਤੇ ਤੁਹਾਨੂੰ ਅੱਗੇ ਇੱਕ ਤੁਹਾਡਾ ਜਿਹੜਾ ਪੋਸਚਰ ਹੈਗਾ ਆ ਉਹਨੂੰ ਖਰਾਬ ਕਰ ਦਿੰਦਾ ਹੈਗਾ ਆ। ਉਹਨੂੰ ਅਗਰ ਤੁਸੀਂ ਹੈਲਦੀ ਵੇਟ ਰੱਖ ਲਓਗੇ ਤੇ ਤੁਹਾਡਾ ਜਿਹੜਾ ਤੋਂਦ ਹੈਗੀ ਆ ਉਹ ਅੰਦਰ ਚਲ ਜਾਏਗੀ ਤੇ ਤੁਹਾਨੂੰ ਮਤਲਬ ਬੈਕ ਪੇਨ ਤੋਂ ਨਿਜਾਤ ਮਿਲ ਜਾਏਗੀ। ਦੂਸਰਾ, ਜਿਹੜੇ ਤੁਹਾਡੇ ਅਬਡੋਮੀਨਲ ਮਸਲਸ ਹੈਗੇ ਆ ਉਹ ਤੁਹਾਡੇ ਪਾਇਲੇਟਸ ਤੇ ਅਦਰ ਐਕਸਰਸਾਈਜ਼ਸ ਜਿਹੜੀਆਂ ਪ੍ਰੋਗਰਾਮ ਹੈਗੇ ਆ ਉਹਨਾਂ ਦੀ ਸਟਰੈਂਥਨ ਦੇ ਲਈ ਉਹਨਾਂ ਨੂੰ ਤੁਸੀਂ ਸਟਰੈਂਥਨ ਕਰ ਸਕਦੇ ਆ। ਉਹਦੇ ਨਾਲ ਫਿਰ ਤੁਹਾਡਾ ਜਿਹੜਾ ਵੇਟ ਪੇਟ ਹੈਗਾ ਆ ਉਹ ਬਾਹਰ ਨਹੀਂ ਆਏਗਾ ਔਰ ਤੁਹਾਡੇ ਮਸਲਸ ਜਿਹੜੇ ਹੈਗੇ ਆ ਉਹਨੂੰ ਕੰਟਰੋਲ ਕਰ ਲੈਣਗੇ। ਫਿਰ ਲਿਫਟ ਦਾ ਰਾਈਟ ਵੇ ਟੂ ਅਵੋਇਡ ਇੰਜਰੀ, ਲਿਫਟ ਵਿਦ ਯੂਰ ਲੈਗਸ ਨਾਟ ਯੂਰ ਬੈਕ। ਫਿਰ ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਆ ਕਿ ਜਿਹੜੀ ਚੀਜ਼ ਵੀ ਕੋਈ ਚੈੱਕ ਉੱਪਰ ਨੂੰ ਚੱਕਣੀ ਹੈਗੀ ਆ ਉਹ ਤੁਹਾਡੀਆਂ ਆਪਣੀਆਂ ਲੱਤਾਂ ਨੂੰ ਤੁਸੀਂ ਚੌੜਾ ਕਰਕੇ ਤੇ ਮਤਲਬ ਲੱਤਾਂ ਦੇ ਹਿਸਾਬ ਨਾਲ ਚੱਕਣੀਆਂ, ਗੋਡਿਆਂ ਨੂੰ ਮੋੜ ਕੇ ਚੱਕਣੀ ਹੈਗੀ ਆ, ਤੇ ਹੈਵੀ ਆਈਟਮਸ ਆਪਣੇ ਬੈਕ ਦੇ ਨਾਲ ਨਹੀਂ ਚੱਕਣੀ ਹੈਗੀ ਆ। ਟਵਿਸਟ ਨਹੀਂ ਆਪਣੀ ਬੋਡੀ ਨੂੰ ਟਵਿਸਟ ਨਹੀਂ ਕਰਨਾ ਹੈ, ਸਿਰਫ ਤੁਸੀਂ ਵੇਟ ਜਿਹੜਾ ਹੈਗਾ ਆ ਉਹ ਲੱਤਾਂ ਦੇ ਸਹਾਰੇ ਤੁਸੀਂ ਚੱਕਣਾ ਹੈਗਾ ਆ। ਇਹ ਕੁਛ ਇੱਕ ਗੱਲਾਂ ਸੀਗੀਆਂ ਜਿਹੜੀਆਂ ਕਿ ਇਹਦੇ ਵਿੱਚ ਬੈਕ ਪੇਨ ਦੇ ਲਈ ਤੁਸੀਂ ਵਰਤ ਸਕਦੇ ਆ, ਔਰ ਇਹਦੇ ਲਈ ਮੇਰਾ ਖਿਆਲ ਆ ਕਿ ਤੁਹਾਨੂੰ ਪ੍ਰੀਲਿਮਿਨਰੀ ਜਾਣਕਾਰੀ ਜਿਹੜੀ ਹੈਗੀ ਆ ਨੈਚੁਰਲੀ ਤੁਸੀਂ ਕਿਸ ਤਰ੍ਹਾਂ ਇਹਨੂੰ ਘਰ ਬੈਠੇ ਹੀ ਠੀਕ ਕਰ ਸਕਦੇ ਹੋ ਉਹਦੇ ਬਾਰੇ ਥੋੜਾ ਬਹੁਤ ਗਿਆਨ ਤੁਹਾਨੂੰ ਪ੍ਰਾਪਤ ਹੋਇਆ ਹੋਵੇਗਾ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਡਾਕਟਰ ਸਾਹਿਬ। ਸਰ ਇੱਕ ਛੋਟੀ ਜਿਹੀ ਰਿਕੁਐਸਟ ਆ ਕਿ ਤੁਸੀਂ ਇੱਕ ਵਾਰ ਇਹਨੂੰ ਜਿੰਨਾ ਵੀ ਆਪਾਂ ਸਾਰਿਆਂ ਨੂੰ ਸਮਰਾਈਜ਼ ਕੀਤਾ ਹੈ ਇੱਕ ਵਾਰ ਸ਼ਾਰਟਕਟ ਦੇ ਵਿੱਚ ਥੋੜੇ ਸਾਡੇ ਨਾਲ ਹੁਣ ਜੁੜੇ ਹੈਗੇ ਆ ਕਈ ਲੋਕੀ, ਤੇ ਮੈਂ ਚਾਹੁੰਦੀ ਹਾਂ ਕਿ ਇੱਕ ਸ਼ਾਰਟ 'ਚ ਤੁਸੀਂ ਇਹਨੂੰ ਦੱਸ ਦਿਓ ਕਿ ਐਕਚੁਅਲੀ ਕੀ ਪ੍ਰੋਬਲਮ ਆ ਤੇ ਕੀ ਆਪਾਂ ਇਹਦੇ ਲਈ ਕਰੀਏ ਤੇ ਕਿਹੜੀ ਉਹ ਚੀਜ਼ਾਂ ਅਵੋਇਡ ਕਰੀਏ। ਸ਼ਾਰਟ ਦੇ ਵਿੱਚ ਤਾਂ ਇਹ ਆ ਕਿ ਇਹ ਜਿਹੜੀ ਬੈਕ ਪੇਨ ਹੈਗੀ ਆ ਇਹ ਸਾਡੇ
ਸੋਜਿਸ਼ ਕਰਕੇ ਸਾਡੇ ਜਿਹੜੇ ਮਣਕੇ ਹੈਗੇ ਆ ਉਹਨਾਂ ਦੇ ਵਿੱਚ ਸੋਜਿਸ਼ ਹੋ ਜਾਂਦੀ ਆ ਤੇ ਉਹਨਾਂ ਦੀਆਂ ਨਾਲ ਜਿਹੜੇ ਮਸਲਸ ਹੈਗੇ ਆ ਉਹ ਸਟਿਫ ਹੋ ਜਾਂਦੇ ਹੈਗੇ ਆ ਔਰ ਸਟਿਫ ਹੋਣ ਦੇ ਕਰਕੇ ਇਹ ਸਾਨੂੰ ਜਦੋਂ ਅਸੀਂ ਹਿੱਲਦੇ ਆ ਤੇ ਸਾਨੂੰ ਦਰਦ ਹੁੰਦਾ ਹੈਗਾ ਆ ਉਹੀ ਦਰਦ ਜਿਹੜਾ ਹੈਗਾ ਆ ਜਦੋਂ ਜ਼ਿਆਦਾ ਵੱਧ ਜਾਂਦਾ ਆ ਤੇ ਉਹ ਸਾਡੀਆਂ ਲੱਤਾਂ ਦੇ ਵਿੱਚ ਵੀ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਆ ਉਸ ਦਰਦ ਨੂੰ ਠੀਕ ਅਸੀਂ ਨੈਚੁਰਲ ਥੋੜੀ ਦੇਰ ਤੇ ਰੈਸਟ ਦੇ ਨਾਲ ਠੀਕ ਕਰ ਸਕਦੇ ਹੈਗੇ ਆ ਪਰ ਜ਼ਿਆਦਾ ਦੇਰ ਰੈਸਟ ਨਹੀਂ ਕਰਨੀ ਚਾਹੀਦੀ 2-4 ਦਿਨ ਦੇ ਵਿੱਚ ਰੈਸਟ ਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਅਗਰ ਅਸੀਂ ਜ਼ਿਆਦਾ ਰੈਸਟ ਕਰਾਂਗੇ ਤੇ ਸਾਡਾ ਜਿਹੜਾ ਮਸਲਸ ਹੈਗੇ ਆ ਉਹ ਵੀਕ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ ਇਸ ਲਈ ਜਿਹੜੀਆਂ ਮਤਲਬ ਨੌਨ ਇੰਪੈਕਟ ਐਕਸਰਸਾਈਜ਼ਸ ਹੈਗੀਆਂ ਉਹ ਅਸੀਂ ਕਰ ਸਕਦੇ ਹੈਗੇ ਆ ਚੱਲਣਾ ਜਿਹੜਾ ਹੈਗਾ ਆ ਉਹ ਬਹੁਤ ਜ਼ਰੂਰੀ ਹੈਗਾ ਅਗਰ ਅਸੀਂ ਚੱਲਦੇ ਰਹਿੰਦੇ ਹੈਗੇ ਆ ਤਾਂ ਸਾਡੇ ਮਸਲਸ ਵੀ ਸਟਰੋਂਗ ਰਹਿੰਦੇ ਆ ਔਰ ਸਾਡਾ ਦਰਦ ਵੀ ਘੱਟ ਰਹਿੰਦਾ ਹੈਗਾ ਆ ਔਰ ਇਹਦੇ ਲਈ ਜਿਹੜੀ ਮੈਡੀਟੇਸ਼ਨ ਹੈਗੀ ਆ ਜਾਂ ਮਾਈਂਡਫੁਲਨੈਸ ਹੈਗੀ ਆ ਉਹ ਵੀ ਜ਼ਰੂਰੀ ਹੈਗੀ ਆ ਕਿਉਂਕਿ ਕੁਛ ਇੱਕ ਦਰਦ ਐਸੇ ਹੈਗੇ ਆ ਕਿ ਜਦੋਂ ਅਸੀਂ ਮਤਲਬ ਇਹ ਸਮਝ ਲੈਂਦੇ ਖੁਸ਼ ਹੁੰਦੇ ਆ ਚੀਅਰਫੁਲ ਹੁੰਦੇ ਆ ਤੇ ਸਾਨੂੰ ਦਰਦ ਘੱਟ ਮਹਿਸੂਸ ਹੁੰਦੇ ਆ ਜਦੋਂ ਅਸੀਂ ਉਦਾਸ ਹੁੰਦੇ ਆ ਜਾਂ ਨੈਗੇਟਿਵਿਟੀ ਸਾਡੇ ਦਿਮਾਗ ਦੇ ਵਿੱਚ ਹੁੰਦੀ ਆ ਤੇ ਸਾਨੂੰ ਉਹੀ ਦਰਦ ਜਿਹੜਾ ਉਹ ਜ਼ਿਆਦਾ ਮਹਿਸੂਸ ਹੁੰਦਾ ਹੈਗਾ ਆ ਸੋ ਇਸ ਲਈ ਜੇ ਅਸੀਂ ਚੀਅਰਫੁਲ ਹੈਗੇ ਆ ਮਾਈਂਡਫੁਲ ਹੈਗੇ ਆ ਤੇ ਫਿਰ ਉਹ ਦਰਦ ਸਾਨੂੰ ਮਹਿਸੂਸ ਨਹੀਂ ਹੁੰਦਾ ਦੂਸਰੀ ਚੀਜ਼ ਇਹ ਆ ਕਿ ਜਦੋਂ ਅਸੀਂ ਸਿੱਧੇ ਪੈਣਾ ਆ ਤਾਂ ਜਿਹੜੇ ਸਾਡੇ ਗੋਡੇ ਹੈਗੇ ਆ ਉਹਨਾਂ ਦੇ ਥੱਲੇ ਅਸੀਂ ਕੋਈ ਸਰਾਣਾ ਵਗੈਰਾ ਰੱਖ ਲੈਂਦੇ ਆ ਤੇ ਸਾਡਾ ਜਿਹੜਾ ਪੋਸਚਰ ਹੈਗਾ ਆ ਉਹ ਸਟ੍ਰੇਟ ਹੋ ਜਾਂਦਾ ਆ ਤੇ ਉਹਦੇ ਨਾਲ ਵੀ ਸਾਨੂੰ ਫਾਇਦਾ ਹੁੰਦਾ ਹੈਗਾ ਆ ਫਿਰ ਇਹਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਆ ਕਈ ਚੀਜ਼ਾਂ ਜਿਹੜੀਆਂ ਖਾਣੇ ਹੈਗੇ ਆ ਉਹ ਇਨਫਲੇਮੇਟਰੀ ਹੈਗੇ ਆ ਇਨਫਲੇਮੇਟਰੀ ਦਾ ਮਤਲਬ ਕਿ ਉਹ ਸਾਡੇ ਬਾਡੀ ਦੇ ਵਿੱਚ ਸੋਜ ਪੈਦਾ ਕਰਦੇ ਆ ਉਹ ਸਿਰਫ ਬੈਕ ਪੇਨ ਦੇ ਲਈ ਨਹੀਂ ਖਰਾਬ ਸਗੋਂ ਸਾਡੀ ਸਾਰੀ ਬਾਡੀ ਦੇ ਲਈ ਉਹ ਖਰਾਬ ਹੈਗੇ ਆ ਔਰ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਆ ਉਹਦੇ ਵਿੱਚ ਕੀ ਚੀਜ਼ਾਂ ਹੈਗੀਆਂ ਇੱਕ ਤਾਂ ਜਿੰਨੀਆਂ ਵੀ ਚਿੱਟੀਆਂ ਚੀਜ਼ਾਂ ਹੈਗੀਆਂ ਰਿਫਾਈਨਡ ਚੀਜ਼ਾਂ ਹੈਗੀਆਂ ਆ ਔਰ ਪ੍ਰੋਸੈਸਡ ਚੀਜ਼ਾਂ ਹੈਗੀਆਂ ਜਿਸ ਤਰ੍ਹਾਂ ਦਾ ਕਿ ਖੰਡ ਚਿੱਟੀ ਖੰਡ ਹੈਗੀ ਆ ਚਿੱਟਾ ਆਟਾ ਹੈਗਾ ਜਿਹੜਾ ਰਿਫਾਈਨਡ ਆਟਾ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਫਿਰ ਰਿਫਾਈਨਡ ਸਾਡਾ ਸਾਲਟ ਹੈਗਾ ਆ ਫਿਰ ਸਾਡਾ ਰਿਫਾਈਨਡ ਆਇਲਸ ਹੈਗੇ ਆ ਜਿੰਨੀਆਂ ਵੀ ਚੀਜ਼ਾਂ ਰਿਫਾਈਨਡ ਹੈਗੀਆਂ ਆ ਉਹ ਸਾਰੀਆਂ ਅਵੋਇਡ ਕਰਨੀਆਂ ਚਾਹੀਦੀਆਂ ਕਿਉਂਕਿ ਉਹ ਸਾਰੀਆਂ ਇਨਫਲੇਮੇਟਰੀ ਹੈਗੀਆਂ ਆ ਫਿਰ ਜਿੰਨੇ ਪ੍ਰੋਸੈਸਡ ਫੂਡਸ ਹੈਗੇ ਆ ਜਿੰਨੇ ਵੀ ਫੂਡਸ ਅਸੀਂ ਬਾਜ਼ਾਰੋਂ ਡੱਬਾ ਬੰਦ ਲੈਂਦੇ ਹੈਗੇ ਆ ਉਹ ਸਾਰੇ ਦੇ ਸਾਰੇ ਕੈਮੀਕਲ ਲੇਡਨ ਹੈਗੇ ਆ ਔਰ ਉਹਨਾਂ ਨੂੰ ਵੀ ਅਵੋਇਡ ਕਰਨਾ ਕਿਉਂਕਿ ਉਹ ਵੀ ਇਨਫਲੇਮੇਟਰੀ ਹੈਗੇ ਆ ਫਿਰ ਸਾਡਾ ਜਿਹੜੇ ਅਸੀਂ ਬਾਜ਼ਾਰੀ ਚੀਜ਼ਾਂ ਮਤਲਬ ਲੈਂਦੇ ਹੈਗੇ ਆ ਜਿਸ ਤਰ੍ਹਾਂ ਕਿ ਰੇੜੀਆਂ ਦੇ ਉੱਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਗੰਦੀਆਂ ਔਰ ਖਰਾਬ ਹੈਗੀਆਂ ਆ ਔਰ ਉਹ ਅਸੀਂ ਖਾਂਦੇ ਆ ਉਹ ਵੀ ਸਾਰੀਆਂ ਅਵੋਇਡ ਕਰਨੀਆਂ ਚਾਹੀਦੀਆਂ ਘਰ ਦਾ ਖਾਣਾ ਖਾਣਾ ਚਾਹੀਦਾ ਹੈਗਾ ਤੇ ਫਲ ਫਰੂਟ ਜਿਹੜੇ ਹੈਗੇ ਆ ਉਹ ਜ਼ਿਆਦਾ ਕਰਨੇ ਚਾਹੀਦੇ ਆ ਯੂਜ਼ ਔਰ ਜਿਹੜੀ ਸਾਫ਼ ਸੁਥਰੀ ਜਿਹੜੀ ਚੀਜ਼ ਹੈਗੀ ਆ ਇਹਦੇ ਵਿੱਚ ਅਗਰ ਤੁਸੀਂ ਅਦਰਕ ਦਾ ਚਾਹ ਪੀਂਦੇ ਆ ਜਾਂ ਅਦਰਕ ਲੈਂਦੇ ਆ ਜਾਂ ਤੁਲਸੀ ਲੈਂਦੇ ਹੈਗੇ ਆ ਜਾਂ ਤੁਸੀਂ ਹਲਦੀ ਦੀ ਚਾਹ ਲੈਂਦੇ ਹੈਗੇ ਆ ਜਾਂ ਹਲਦੀ ਨੂੰ ਵੈਸੇ ਲੈਂਦੇ ਹੈਗੇ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਐਂਟੀ ਇਨਫਲੇਮੇਟਰੀ ਹੈਗੀਆਂ ਇਹ ਤੁਹਾਡੀ ਜਿੰਨੀ ਵੀ ਬਾਡੀ ਦੇ ਵਿੱਚ ਸੋਜਸ਼ ਹੈਗੀ ਆ ਕਿਸੇ ਤਰੀਕੇ ਦੀ ਵੀ ਉਹਨੂੰ ਘੱਟ ਕਰਦੀਆਂ ਹੈਗੀਆਂ ਆ ਫਿਰ ਜਿੰਨੇ ਵੀ ਤੁਹਾਡੇ ਮਤਲਬ ਮਿੱਠੀਆਂ ਚੀਜ਼ਾਂ ਜਿੱਦਾਂ ਹਾਈ ਫਰਕਟੋਜ਼ ਕੋਰਨ ਸਿਰਪ ਜਿਨ੍ਹਾਂ ਦੇ ਵਿੱਚ ਹੈਗਾ ਜਿੰਨੇ ਆ ਸੋਡੇ ਵਗੈਰਾ ਹੈਗੇ ਆ ਜਾਂ ਹੋਰ ਚੀਜ਼ਾਂ ਹੈਗੀਆਂ ਇਹ ਸਾਰੀਆਂ ਹੀ ਖਰਾਬ ਕਰਦੀਆਂ ਹੈਗੀਆਂ ਜਿਹੜੇ ਸਿਗਰਟ ਪੀਂਦੇ ਲੋਕ ਹੈਗੇ ਆ ਉਹ ਸਿਗਰਟ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਦਰਦ ਨੂੰ ਖਰਾਬ ਕਰਦੀ ਕਿਉਂਕਿ ਨਿਕੋਟੀਨ ਉਹਦੇ ਵਿੱਚ ਹੁੰਦੀ ਆ ਔਰ ਨਿਕੋਟੀਨ ਜਿਹੜੀ ਆ ਉਹ ਇਹਨੂੰ ਖਰਾਬ ਕਰਦੀ ਹੈਗੀ ਆ ਡਰਿੰਕ ਜਿਹੜੇ ਕਰਦੇ ਆ ਉਹ ਤੁਹਾਡੀ ਬਾਡੀ ਦੇ ਵਿੱਚ ਸਾਰਾ ਖਰਾਬੀ ਕਰਦੇ ਆ ਫਿਰ ਜਿਹੜੇ ਜ਼ਿਆਦਾ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈਗਾ ਆ ਵਜ਼ਨ ਵਾਲੇ ਲੋਕ ਵੀ ਜ਼ਿਆਦਾ ਮਤਲਬ ਬੈਕ ਪੇਨ ਦੇ ਨੂੰ ਖਰਾਬ ਕਰਦੇ ਆ ਕਿਉਂਕਿ ਉਹਨਾਂ ਦਾ ਜਿਹੜੀ ਤੋਂਦ ਹੈਗੀ ਆ ਉਹ ਸਾਡਾ ਜਿਹੜਾ ਰੀੜ੍ਹ ਦੀ ਹੱਡੀ ਆ ਉਹਦਾ ਜਿਹੜਾ ਬੈਲੈਂਸ ਹੈਗਾ ਆ ਉਹਨੂੰ ਖਰਾਬ ਕਰ ਦਿੰਦੇ ਆ ਔਰ ਮੋਰ ਨੂੰ ਜ਼ਿਆਦਾ ਭਾਰ ਪੈ ਜਾਂਦਾ ਹੈਗਾ ਆ ਤੇ ਸਾਡਾ ਜਿਹੜਾ ਮਸਲਸ ਹੈਗੇ ਆ ਉਹਨਾਂ ਨੂੰ ਜ਼ਿਆਦਾ ਸਟ੍ਰੇਨ ਕਰਨਾ ਪੈਂਦਾ ਹੈਗਾ ਆ ਸੋ ਇਹ ਕੁਛ ਇੱਕ ਗੱਲਾਂ ਹੈਗੀਆਂ ਜਿਹੜੀਆਂ ਕਿ ਇਹਦੇ ਵਿੱਚੋਂ ਅਸੀਂ ਸਿੱਖੀਆਂ ਆ ਔਰ ਅਗਰ ਕੋਈ ਤੁਹਾਡਾ ਪ੍ਰਸ਼ਨ ਸਪੈਸੀਫਿਕ ਹੋਏਗਾ ਤੇ ਉਹਦੇ ਲਈ ਮੈਂ ਜੇ ਮੈਨੂੰ ਕੋਸ਼ਿਸ਼ ਹੋਈ ਤਾਂ ਮੈਂ ਜ਼ਰੂਰ ਦੱਸਾਂਗਾ ਥੈਂਕ ਯੂ
ਜੀ ਥੈਂਕ ਯੂ ਡਾਕਟਰ ਸਾਹਿਬ। ਅਗਰ ਕਿਸੇ ਦਾ ਕੁਐਸਚਨ ਹੈਗਾ ਤਾਂ ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰਕੇ ਕੁਐਸਚਨ ਪੁੱਛ ਸਕਦੇ ਆ। ਹੈਲੋ ਹਾਂਜੀ, ਡਾਕਟਰ ਸਾਹਿਬ, ਅਗਰ ਰੀੜ੍ਹ ਦੀ ਹੱਡੀ ਕਹਿੰਦੇ ਸਪਾਈਨ ਦੀ ਵਧੀ ਹੋਈ ਹੈ ਤਾਂ ਕੀ ਹੋ ਸਕਦਾ ਹੈ? ਜਿਹੜੀ ਹੱਡੀ ਵਧੀ ਹੋਈ ਹੈਗੀ ਆ ਉਹਦਾ ਤਾਂ ਕੁਝ ਨਹੀਂ ਹੋ ਸਕਦਾ, ਪਰ ਜੇ ਉਹਦਾ ਕੋਈ ਸਿੰਪਟਮ ਹੈਗਾ ਆ, ਹਾਂਜੀ, ਉਹਦਾ ਸਿੰਪਟਮ ਹੈ, ਜੇ ਉਹਦੇ ਨਾਲ ਕੋਈ ਤਕਲੀਫ ਹੋ ਰਹੀ ਆ ਤੇ ਉਹਨੂੰ ਮਤਲਬ ਅਸੀਂ ਐਕਸਰਸਾਈਜ਼ਸ ਦੇ ਨਾਲ ਕਿੱਥੇ ਵਧੀ ਹੋਈ ਹੈ, ਕੀ ਉਹ ਕਾਜ਼ ਕਰਦੀ ਹੈਗੀ ਆ, ਕਿਹੜੀ ਨਰਵ ਨੂੰ ਪ੍ਰੈਸ ਕਰਦੀ ਹੈਗੀ ਆ, ਉਹ ਦੇਖ ਕੇ ਉਹਦੇ ਮੁਤਾਬਕ ਅਸੀਂ ਕਰ ਸਕਦੇ ਹੈਗੇ ਆ। ਅਗਰ ਹੱਡੀ ਵੱਧ ਗਈ ਹੈ, ਹੱਡੀਆਂ ਵੱਧਦੀਆਂ ਤਦੇ ਹੀ ਆ ਜਦੋਂ ਅਸੀਂ ਇਹਨਾਂ ਹੱਡੀਆਂ ਤੋਂ ਕੰਮ ਨਹੀਂ ਲੈਂਦੇ। ਕੋਈ ਵੀ ਹੱਡੀ ਤਦੇ ਹੀ ਵਧੇਗੀ ਜਿਸ ਤਰ੍ਹਾਂ 올ਡ ਏਜ ਦੇ ਵਿੱਚ ਸਪਰਸ ਹੋ ਜਾਂਦੀਆਂ ਹੈਗੀਆਂ ਆ, ਜਾਂ ਕੁਛ ਇੱਕ ਹੱਡੀਆਂ ਐਸੀਆਂ ਹੈਗੀਆਂ ਜਿਹੜੀਆਂ ਕਿ ਕਦੀ ਅਸੀਂ ਹਲਾਈਆਂ ਹੀ ਨਹੀਂ ਹੈ, ਔਰ ਉਹ ਫਿਰ ਆਪਣੇ ਆਪ ਹੀ ਵਧਣੀਆਂ ਸ਼ੁਰੂ, ਉੱਥੇ ਕੈਲਸ਼ੀਅਮ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਵਧਣ ਸ਼ੁਰੂ ਹੋ ਜਾਂਦੀਆਂ ਹੈ। ਅਗਰ ਅਸੀਂ ਆਪਣੀ ਬਾਡੀ ਨੂੰ ਡੇਲੀ ਐਕਸਰਸਾਈਜ਼ ਕਰਕੇ ਬਾਡੀ ਨੂੰ ਮੂਵ ਕਰਦੇ ਰਹਿੰਦੇ ਆ ਤਾਂ ਮੇਰਾ ਖਿਆਲ ਆ ਕੋਈ ਵੀ ਹੱਡੀ ਨਹੀਂ ਵੱਧਦੀ। ਮੂਵਮੈਂਟ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ, ਖਾਸ ਕਰਕੇ ਜਿਹੜੇ ਸਾਡੇ ਵਰਟੀਬਰਲ ਕਾਲਮ ਹੈਗੀ, ਰੀੜ੍ਹ ਦੀ ਹੱਡੀ ਹੈਗੀ ਆ, ਉਹਦੇ ਵਿੱਚ ਮਣਕੇ ਜਿੰਨੇ ਵੀ ਹੈਗੇ ਆ, ਅਗਰ ਅਸੀਂ ਉਹਨਾਂ ਨੂੰ ਡੇਲੀ ਮੂਵ ਕਰਦੇ ਹੈਗੇ ਆ ਤੇ ਉਹਦੇ ਵਿੱਚ ਸਾਰੇ ਮਤਲਬ ਹਰ ਰੋਜ਼ ਜੇ ਥੋੜੀ ਬਹੁਤ ਵੀ ਕਿਤੇ ਮਤਲਬ ਵਧਣ ਦੇ ਚਾਂਸਸ ਹੋਣਗੇ, ਤੇ ਜਦੋਂ ਅਸੀਂ ਮੂਵ ਕਰਦੇ ਆ ਆਪਣੀ ਬਾਡੀ ਨੂੰ ਤਾਂ ਉਹ ਆਪਣੇ ਆਪ ਹੀ ਰਿਲੀਵ ਹੋ ਜਾਂਦੀ ਹੈਗੀ ਆ। ਸੋ ਇਸ ਕਰਕੇ ਪਹਿਲਾਂ ਤਾਂ ਉਹਨੂੰ ਵਧਣ ਨਹੀਂ ਦੇਣਾ ਚਾਹੀਦਾ। ਅਗਰ ਕਿਤੇ ਵੱਧ ਗਈ ਹੈਗੀ ਆ ਤਾਂ ਫਿਰ ਇਹ ਦੇਖਣਾ ਪੈਂਦਾ ਆ ਐਕਸਰੇ ਦੇ ਵਿੱਚੋਂ ਜਾਂ MRI ਦੇ ਵਿੱਚੋਂ ਕਿ ਉਹ ਕਿਸੇ ਨਰਵ ਨੂੰ ਤਾਂ ਨਹੀਂ ਨੁਕਸਾਨ ਕਰ ਰਹੀ। ਅਗਰ ਨਰਵ ਨੂੰ ਨੁਕਸਾਨ ਕਰ ਰਹੀ ਹੈਗੀ ਆ ਫਿਰ ਉਹਦਾ ਹੱਲ ਆਪਰੇਸ਼ਨ ਹੈ। ਜੇ ਉਹ ਅਦਰਵਾਈਜ਼ ਹੈ ਤੇ ਕਈ ਐਕਸਰਸਾਈਜ਼ਸ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਆ, ਉਹਦੇ ਨਾਲ ਉਹ ਠੀਕ ਹੋ ਸਕਦਾ। ਥੈਂਕ ਯੂ ਡਾਕਟਰ ਸਾਹਿਬ। ਜੀ ਅਗਰ ਕੋਈ ਹੋਰ ਵੀ ਕੁਐਸਚਨ ਪੁੱਛਣਾ ਚਾਹੁੰਦਾ ਹੈ ਤਾਂ ਪੁੱਛ ਸਕਦਾ ਹੈ। ਡਾਕਟਰ ਸਾਹਿਬ ਹੁੰਦਾ ਇਹਦੇ ਕੀ ਸਿੰਪਟਮਸ ਹੋ ਸਕਦੇ, ਜਿਵੇਂ ਇਹਨਾਂ ਨੇ ਸਪਾਈਨ ਦੀ ਹੱਡੀ ਵਧੀ ਦੀ ਦੱਸਿਆ ਹੈਗਾ ਕੁਐਸਚਨ? ਹੱਡੀ ਵਧਣ ਦੇ ਹੱਡੀ ਉਦਾਂ ਵੱਧ ਜਾਏ ਤੇ ਕੋਈ ਪ੍ਰੋਬਲਮ ਨਹੀਂ ਹੈ। ਜੇ ਉਹ ਦੇਖੋ ਜਿਹੜੀਆਂ ਸਾਡੇ ਸਪਾਈਨਲ ਕਾਰਡ ਹੈਗਾ ਆ ਉਹਦੇ ਵਿੱਚੋਂ ਨਾੜਾਂ ਨਿਕਲਦੀਆਂ ਹੈਗੀਆਂ, ਨਰਵਸ ਨਿਕਲਦੀਆਂ ਹੈਗੀਆਂ। ਹੁਣ ਜੇ ਜਿਹੜੇ ਸੁਰਾਖ ਹੈਗਾ ਹੱਡੀ ਦੇ ਵਿੱਚੋਂ ਛੋਟਾ ਹੈਗਾ ਔਰ ਹੱਡੀ ਵੱਧ ਗਈ ਆ ਔਰ ਸੁਰਾਖ ਨੂੰ ਪੀੜਾ ਕਰ ਦਿੱਤਾ ਹੈਗਾ ਆ, ਠੀਕ ਹੈ ਨਾ, ਔਰ ਉਹ ਫਿਰ ਨਰਵ ਜਿਹੜੀ ਹੈਗੀ ਆ ਉਹ ਪ੍ਰੈਸ ਹੋ ਜਾਏਗੀ, ਉਹਦੇ ਨਾਲ ਫਿਰ ਥੋੜੀ ਜਿਹੀ ਵੀ ਮੂਵਮੈਂਟ ਦੇ ਨਾਲ ਤੁਹਾਨੂੰ ਦਰਦ ਹੋਏਗਾ, ਸਮਝੇ ਨਾ। ਸੋ ਇਸ ਕਰਕੇ ਉਸ ਹੱਡੀ ਵਧੀ ਕਿੱਥੇ, ਅਗਰ ਇੱਧਰ ਹੱਡੀ ਵੱਧ ਗਈ ਹੈ ਨਰਵ ਤੋਂ ਦੂਸਰੀ ਪਾਸੇ ਵੱਧ ਗਈ ਤਾਂ ਕੋਈ ਪ੍ਰੋਬਲਮ ਨਹੀਂ ਹੈ। ਜੇ ਉਹ ਨਰਵ ਨੂੰ ਮਤਲਬ ਪ੍ਰੈਸ ਕਰਦੀ ਹੈਗੀ ਆ ਫਿਰ ਉਹ ਸਾਨੂੰ ਪ੍ਰੋਬਲਮ ਦੇ ਸਕਦੀ ਹੈਗੀ ਆ। ਜੇ ਦੂਸਰੇ ਪਾਸੇ ਹੱਡੀ ਵਧੀ ਹੋਈ ਆ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਹੈ। ਜੇ ਸੁਰਾਖ ਦੇ ਜਿਹੜਾ ਸਾਡਾ ਫੋਰਾਮਿਨ ਹੈਗਾ ਆ ਜਿੱਥੋਂ ਕਿ ਨਰਵ ਨਿਕਲਦੀ ਹੈ, ਅਗਰ ਉਹਨੂੰ ਪ੍ਰੈਸ ਕਰਦੀ ਆ ਫਿਰ ਉਹ ਸਾਨੂੰ ਪ੍ਰੋਬਲਮ ਕਾਜ਼ ਕਰੇਗੀ, ਔਰ ਉਹਨੂੰ ਫਿਰ ਦੇਖਣਾ ਪੈਂਦਾ ਵੀ ਉਹ ਕਿੰਨੀ ਕਰਦੀ ਹੈਗੀ ਆ। ਉਹਦੇ ਨਾਲ ਸੋਜ ਜਿਹੜੀ ਆ ਉਹ ਸਾਨੂੰ ਦਰਦ ਕਰ ਰਹੀ ਆ, ਕਿਉਂਕਿ ਜਦੋਂ ਵੀ ਨਰਵ ਜਿਹੜੀ ਹੈਗੀ ਆ ਥੋੜੀ ਬਹੁਤ ਹਿੱਲੇਗੀ ਤਾਂ ਉਹ ਉੱਥੇ ਉਹ ਸੋਜ ਪੈਦਾ ਕਰ ਦੇਗੀ। ਸੋਜ ਦੇ ਨਾਲ ਕੀ ਹੋਊਗੀ, ਉਹ ਸਵੈਲ ਕਰ ਜਾਏਗੀ। ਸਵੈਲ ਕਰਕੇ ਕਿਉਂਕਿ ਜਿਹੜਾ ਸੁਰਾਖ ਆ ਉਹ ਉਹਨੇ ਦਾ ਉਹਨੇ ਹੀ ਰਹਿਣਾ ਹੈਗਾ, ਉਹ ਵਧਣਾ ਨਹੀਂ ਹੈ, ਪਰ ਜਿਹੜੀ ਵਿੱਚ ਨਰਵ ਹੈਗੀ ਆ ਉਹ ਸਵੈਲ ਕਰਕੇ ਵਿੱਚ ਥੋੜਾ ਜਿਹਾ ਦਰਦ ਹੋਵੇ ਤਾਂ ਉਹਨੂੰ ਮਤਲਬ ਮਹਿਸੂਸ ਹੋਣਾ ਆ। ਤੇ ਅਸੀਂ ਫਿਰ ਕੀ ਕਰਨਾ ਆ ਕਿ ਅਸੀਂ ਉਹ ਸਵੈਲਿੰਗ ਨੂੰ ਕੰਟਰੋਲ ਕਰ ਲੈਣਾ ਹੈਗਾ ਆ। ਸਵੈਲਿੰਗ ਕੰਟਰੋਲ ਕਰਕੇ ਜੇ ਸਵੈਲਿੰਗ ਦੀ ਮਤਲਬ ਜਿਹੜੀ ਉਹ ਨਰਵ ਹੈਗੀ ਆ ਫੁੱਲੀ ਹੋਈ ਹੈਗੀ ਆ, ਅਗਰ ਉਹ ਆਪਣੇ ਪੂਰੇ ਸਥਾਨ ਦੇ ਉੱਤੇ ਆ ਜਾਂਦੀ ਹੈ ਦਵਾਈਆਂ ਦੇ ਨਾਲ ਤਾਂ ਫਿਰ ਉਹ ਦਰਦ ਵਗੈਰਾ ਠੀਕ ਹੋ ਜਾਂਦਾ ਹੈ। ਜੀ ਡਾਕਟਰ ਸਾਹਿਬ, ਤੇ ਇਹਦਾ ਸਰ ਸੋਲੂਸ਼ਨ ਕੀ ਹੈਗਾ? ਜਿਵੇਂ ਤੁਸੀਂ ਦੱਸਿਆ ਦੀ ਸਵੈਲਿੰਗ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਹਾਂ, ਸਵੈਲਿੰਗ ਦੇ ਨਾਲ ਦਰਦ ਵੀ ਕੰਟਰੋਲ ਹੋ ਜਾਏਗਾ ਤੇ ਜਿਹੜਾ ਮਤਲਬ ਸਵੈਲਿੰਗ ਵੀ ਕੰਟਰੋਲ ਹੋ ਜਾਏਗੀ। ਠੀਕ ਹੈ ਸਰ। ਤੇ ਇਹਦੇ ਲਈ ਸਰ ਜਿਵੇਂ ਕੋਈ ਡਾਕਟਰਸ ਆਪਰੇਟ ਦੱਸਣ, ਜਾਂ ਕਿਉਂਕਿ ਇਹਦੇ ਵਿੱਚ ਬੈਠਣ 'ਚ ਵੀ ਦਿੱਕਤ ਆਉਂਦੀ ਆ, ਤਾਂ ਫਿਰ ਇਹਦੇ ਲਈ ਕੀ ਕਰਨਾ ਚਾਹੀਦਾ? ਜੇ ਵੈਸੇ ਰੈਸਟ ਜਿਹੜੀ ਹੈਗੀ ਆ ਉਹ ਜ਼ਰੂਰੀ ਹੈ। ਜੇ ਮਤਲਬ MRI ਦੇ ਵਿੱਚ ਹੋਰ ਕੋਈ ਪ੍ਰੋਬਲਮ ਅਦਰਵਾਈਜ਼ ਨਹੀਂ ਹੈ
ਉਹਦੇ ਨਾਲ ਇਹ ਆ ਕਿ ਕਿਉਂਕਿ ਕਈ ਜਿਹੜੇ ਬੈਕ ਪੇਨ ਹੈਗੇ ਆ, ਆਪਾਂ ਕਾਜ਼ ਔਰ ਕਾਰਨ ਵਗੈਰਾ ਡਿਸਕਸ ਨਹੀਂ ਕੀਤੇ, ਕਈ ਵਾਰੀ ਰਸੌਲੀਆਂ ਵਗੈਰਾ ਹੁੰਦੀਆਂ ਹੈਗੀਆਂ ਆ, ਉਹ ਪ੍ਰੈਸ ਕਰਦੀਆਂ ਹੈਗੀਆਂ ਆ, ਉਹਨਾਂ ਦੇ ਨਾਲ ਹੋ ਜਾਂਦਾ, ਜਾਂ ਕਈ ਵਾਰੀ ਟੀਬੀ ਦੀ ਸ਼ਕਲ ਹੋ ਜਾਂਦੀ ਹੈਗੀ ਆ, ਜਾਂ ਕੋਈ ਹੋਰ ਇਨਫੈਕਸ਼ਨ ਹੋ ਜਾਂਦੀ ਹੈਗੀ ਆ, ਉਹਨਾਂ ਲਈ ਫਿਰ ਆਪਰੇਸ਼ਨ ਦੀ ਜ਼ਰੂਰਤ ਕਈ ਵਾਰੀ ਹੁੰਦੀ ਹੈਗੀ ਆ। ਪਰ ਅਦਰਵਾਈਜ਼ ਜੇ ਨਾਰਮਲ ਬੈਕ ਪੇਨ ਹੈਗਾ ਆ, ਜਿਹੜਾ ਰੂਟੀਨ ਦੇ ਵਿੱਚ ਹੈਗਾ ਆ, ਉਹਨੂੰ ਅਸੀਂ ਸਿੰਪਲ ਐਕਸਰਸਾਈਜ਼ ਔਰ ਰੈਸਟ ਦੋਨਾਂ ਚੀਜ਼ਾਂ ਨਾਲ ਠੀਕ ਕਰ ਸਕਦੇ, ਜਿੱਦਾਂ ਕਿ ਮੈਂ ਨੈਚੁਰਲ ਚੀਜ਼ਾਂ ਦੱਸੀਆਂ ਹੈਗੀਆਂ ਕਿ ਉਹਨਾਂ ਨਾਲ ਠੀਕ ਹੋ ਜਾਂਦਾ ਹੈਗਾ ਆ। ਜੇ ਬਹੁਤਾ ਜਾਣੀ ਮਤਲਬ ਸੀਰੀਅਸ ਨਹੀਂ ਹੈ, ਜਿਹੜੇ ਸੀਰੀਅਸ ਹੈਗੇ ਆ, MRI ਦੇ ਵਿੱਚ ਆਰਗੈਨਿਕਲੀ ਸਟਰਕਚਰਲੀ ਕੋਈ ਚੇਂਜ ਹੈਗੀ ਆ, ਉਹਦੇ ਲਈ ਤਾਂ ਆਪਰੇਸ਼ਨ ਹੋਣਾ, ਉਹ ਤਾਂ ਵੈਸੇ ਹੋ ਨਹੀਂ ਸਕਦਾ, ਕਿਉਂਕਿ ਜੇ ਹੁਣ ਰਸੌਲੀ ਵਗੈਰਾ ਹੈਗੀ ਆ, ਕੋਈ ਪ੍ਰੈਸ ਕਰ ਰਹੀ ਹੈਗੀ ਆ, ਉਹ ਦਵਾਈ ਨਾਲ ਠੀਕ ਨਹੀਂ ਹੋਣੀ, ਉਹਨੂੰ ਅਸੀਂ ਕੱਢਣਾ ਹੀ ਪੈਣਾ ਹੈਗਾ ਆ। ਪਰ ਜੇ ਅਦਰਵਾਈਜ਼ ਹੈ, ਰਸੌਲੀ ਵਗੈਰਾ ਨਹੀਂ ਹੈ, ਕੋਈ ਹੋਰ ਪ੍ਰੈਸ਼ਰ ਨਹੀਂ ਹੈ, ਜਾਂ ਕੋਈ ਇੰਜਰੀ ਨਹੀਂ ਹੈ, ਕਈ ਵਾਰੀ ਇੰਜਰੀਆਂ ਐਸੀਆਂ ਹੋ ਜਾਂਦੀਆਂ ਆ ਕਿ ਕੋਈ ਫ੍ਰੈਕਚਰ ਹੋ ਗਿਆ ਹੈ ਤੇ ਇੰਜਰੀ ਹੋ ਗਈ ਆ, ਤੇ ਉਹਨੂੰ ਫਿਰ ਦਵਾਈਆਂ ਨਾਲ ਅਸੀਂ ਕਈ ਵਾਰੀ ਠੀਕ ਨਹੀਂ ਕਰ ਸਕਦੇ, ਕਿਉਂਕਿ ਇਹ ਮਸਲਾ ਜਿਹੜਾ ਹੈਗਾ ਬਹੁਤ ਸੀਰੀਅਸ ਹੋ ਜਾਂਦਾ ਆ, ਇਹ ਇੰਜਰੀ ਵਾਲਾ ਪ੍ਰੋਬਲਮ ਜਿਹੜੀ ਹੈਗੀ ਆ, ਕਿਉਂਕਿ ਅਗਰ ਇੰਜਰੀ ਦੇ ਨਾਲ ਤੁਹਾਡੀ ਨਰਵ ਜਿਹੜੀ ਹੈਗੀ ਆ ਉਹ ਮਤਲਬ ਡੈਮੇਜ ਹੋ ਗਈ ਆ, ਤੇ ਤੁਹਾਡਾ ਜਿਹੜਾ ਥੱਲੇ ਵਾਲਾ ਬੋਡੀ ਦਾ ਹਿੱਸਾ ਹੈਗਾ ਆ, ਉਹ ਸਾਰਾ ਨਕਾਰਾ ਹੋ ਜਾਣਾ ਹੈ। ਸੋ ਇਸ ਲਈ ਉਹਦੇ ਲਈ ਫਿਰ ਆਪਰੇਸ਼ਨ ਦੀ ਲੋੜ ਹੁੰਦੀ ਹੈ। ਜੀ ਸਰ, ਥੈਂਕ ਯੂ। ਕਿਉਂਕਿ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਸਾਨੂੰ ਆਪਣੀ ਪਹਿਲਾਂ ਤਾਂ ਐਨਾਲਾਈਜ਼ ਕਰਵਾਉਣਾ ਚਾਹੀਦਾ ਹੈ ਐਕਚੁਅਲੀ ਕਿ ਪ੍ਰੋਬਲਮ ਕੀ ਹੈਗੀ ਕਾਰਨ ਕੀ ਹੈ। ਹਾਂ ਜੀ ਜੀ। ਹੋਰ ਅਗਰ ਕਿਸੇ ਦਾ ਹੈ ਕੁਐਸਚਨ ਤਾਂ ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦੇ ਆ। ਕੋਈ ਹੋਰ ਵੀ ਪ੍ਰੋਬਲਮ ਦੇ ਨਾਲ ਰਿਲੇਟਿਡ ਤੁਸੀਂ ਪੁੱਛ ਸਕਦੇ ਆ, ਡਾਕਟਰ ਸਾਹਿਬ ਆਨਸਰ ਕਰੂੰਗੇ। ਅਗਰ ਕਿਸੇ ਦਾ ਕੁਐਸਚਨ ਹੈਗਾ ਆ ਤਾਂ ਪਲੀਜ਼। ਡਾਕਟਰ ਸਾਹਿਬ ਇਹ ਕੋਈ ਐਸਿਡਿਟੀ ਦੀ ਵਜ੍ਹਾ ਨਾਲ ਵੀ ਕਾਫੀ ਜਿਹੜੀ ਆ ਬੈਕ ਏਕ ਦੀ ਪ੍ਰੋਬਲਮਸ ਆਉਂਦੀਆਂ ਹੈਗੀਆਂ ਆ? ਬੈਕ ਏਕ ਦੀ ਪ੍ਰੋਬਲਮ ਐਸਿਡਿਟੀ ਨਾਲ ਨਹੀਂ ਕੋਈ ਵੀ ਆਉਂਦੀ। ਠੀਕ ਹੈ, ਕਿਉਂਕਿ ਜਿੱਦਾਂ ਕਈ ਵਾਰੀ ਕਹਿੰਦੇ ਹੈਗੇ ਆ ਕਿ ਐਸਿਡ ਬਣ ਰਿਹਾ ਅੰਦਰ ਜਾਂ ਗੈਸ ਹੁੰਦੀ ਆ ਤੇ ਉਹਦੇ ਨਾਲ ਸਾਨੂੰ ਪ੍ਰੋਬਲਮ ਆ ਰਹੀ ਆ। ਬੈਕ ਏਕ ਨਹੀਂ ਹੋ ਸਕਦੀ ਉਹਦੇ ਨਾਲ। ਠੀਕ ਹੈ ਸਰ। ਮੇਰੇ ਹਿਸਾਬ ਨਾਲ ਸਰ ਸਾਰਿਆਂ ਨੂੰ ਆਲਮੋਸਟ ਟੌਪਿਕ ਕਲੀਅਰ ਹੋ ਗਿਆ ਹੋਇਆ, ਜਿਨ੍ਹਾਂ ਨੇ ਸੁਣਿਆ ਹੈਗਾ ਪ੍ਰੋਪਰ, ਔਰ ਜਿਹੜੇ ਥੋੜੀ ਲੇਟ ਜੁਆਇਨ ਕੀਤੇ ਹੈਗੇ ਆ ਤੇ ਇਹਦੀਆਂ ਪ੍ਰੋਪਰ ਰਿਕਾਰਡਿੰਗਸ ਜਿਹੜੀਆਂ ਸਾਡੇ YouTube ਚੈਨਲ ਤੇ ਵੀ ਪੈਂਦੀਆਂ ਹੈਗੀਆਂ ਤੇ ਤੁਸੀਂ ਉਹਨੂੰ ਵੀ ਮਤਲਬ ਸੁਣ ਸਕਦੇ ਹੈਗੇ ਆ। ਔਰ ਬਾਕੀ ਇਹ ਹੈਗਾ ਕਿ ਡਾਕਟਰ ਸਾਹਿਬ ਦਾ ਆਪਣਾ ਚੈਨਲ ਵੀ ਹੈਗਾ ਆ ਡਾਕਟਰ ਜਗਤਜੀਤ ਵਿਰਕ ਦੇ ਨਾਮ ਤੋਂ, ਉੱਥੇ ਵੀ ਪ੍ਰੋਪਰ ਰਿਕਾਰਡਿੰਗਸ ਹੁੰਦੀਆਂ ਆ। ਔਰ ਦਾ ਹਰਬਲ ਅਰਥ ਦੇ ਨਾਮ ਤੋਂ ਵੀ YouTube ਚੈਨਲ ਹੈਗਾ ਆ, ਉੱਥੇ ਵੀ ਤੁਸੀਂ ਰਿਕਾਰਡਿੰਗਸ ਜਿਹੜੀਆਂ ਚੈੱਕ ਕਰ ਸਕਦੇ ਆ। ਔਰ ਜਿਹੜੀਆਂ ਗਰੁੱਪਸ ਦੇ ਵਿੱਚ ਵੀ ਆ ਉਹ ਵੀ ਰੈਗੂਲਰ ਪੈਂਦੀਆਂ ਹੀ ਹੈਗੀਆਂ ਰਿਕਾਰਡਿੰਗਸ। ਔਰ ਬਾਕੀ ਜਿੰਨੇ ਵੀ ਕੁਐਸਚਨਸ ਤੁਸੀਂ ਪੁੱਛੇ ਹੈਗੇ ਆ ਡਾਕਟਰ ਸਾਹਿਬ ਨੇ ਉਹਨਾਂ ਨੂੰ ਆਨਸਰ ਕੀਤਾ ਹੈਗਾ। ਹੋਰ ਵੀ ਰਿਗਾਰਡਿੰਗ ਅਗਰ ਤੁਹਾਡਾ ਕੋਈ ਕੁਐਸਚਨ ਮਨ ਦੇ ਵਿੱਚ ਆਉਂਦਾ ਹੋਵੇ ਜਾਂ ਕੋਈ ਤੁਹਾਨੂੰ ਪ੍ਰੋਬਲਮ ਰਿਲੇਟ ਹੁੰਦੀ ਹੋਵੇ ਤਾਂ ਜਿੰਨੀਆਂ ਚੀਜ਼ਾਂ ਵੀ ਡਾਕਟਰ ਸਾਹਿਬ ਨੇ ਅਵੋਇਡ ਕਰਨ ਲਈ ਦੱਸੀਆਂ ਹੈਗੀਆਂ ਔਰ ਜਿਨ੍ਹਾਂ ਨੇ ਮਿਸ ਕੀਤੀਆਂ ਹੈਗੀਆਂ ਆ ਇਹ ਚੀਜ਼ਾਂ, ਤੇ ਤੁਸੀਂ ਪਲੀਜ਼ ਰਿਕਾਰਡਿੰਗ ਨੂੰ ਜ਼ਰੂਰ ਸੁਣਿਓ। ਤੁਹਾਡੇ ਜਿਹੜੇ ਪ੍ਰੋਬਲਮਸ ਹੈਗੀਆਂ ਆ, ਹੋਪਸ ਹੋ ਕਿ ਤੁਹਾਡੀ ਜਿਹੜੀਆਂ ਕੁਐਸਚਨ ਮਨ ਦੇ ਵਿੱਚ ਉੱਠਦੇ ਆ ਉਹ ਕਲੀਅਰ ਹੋਊਗੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਣੀ ਬੋਡੀ ਨੂੰ ਐਨਾਲਾਈਜ਼ ਜ਼ਰੂਰ ਕਰਿਆ ਕਰੋ। ਆਪਣੇ ਜੋ ਵੀ ਤੁਹਾਡਾ ਬਲੱਡ ਪ੍ਰੈਸ਼ਰ ਹੈਗਾ ਆ ਜਾਂ ਜੋ ਵੀ ਤੁਹਾਡੀ ਬੋਡੀ ਦੇ ਕੋਈ ਵੀ ਛੋਟੀ ਤੋਂ ਛੋਟੀ ਚੀਜ਼ ਤੁਹਾਨੂੰ ਲੱਗਦੀ ਆ ਕਿ ਦਿੱਕਤ ਕ੍ਰੀਏਟ ਕਰ ਰਹੀ ਆ, ਉਹਨੂੰ ਨੋਟ ਡਾਊਨ ਕਰਨਾ ਸ਼ੁਰੂ ਕਰੋ ਔਰ ਆਪਣੇ ਡਾਈਟੀਸ਼ੀਅਨ ਔਰ ਡਾਕਟਰ ਨਾਲ ਕੰਸਲਟ ਕਰਨਾ ਸ਼ੁਰੂ ਕਰੋ। ਹਰ ਚੀਜ਼ ਦਾ ਇਲਾਜ ਪੋਸੀਬਲ ਹੈ ਅਗਰ ਤੁਸੀਂ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰਦੇ ਆ। ਤੇ ਅੱਜ ਦਾ ਟੌਪਿਕ ਆਪਾਂ ਇੱਥੇ ਹੀ ਕਲੋਜ਼ ਕਰਦੇ ਆ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਥੈਂਕ ਯੂ ਟੂ ਆਲ ਆਫ ਹੂ ਜੁਆਇਨ ਅਸ। ਤੇ ਆਪਾਂ ਅਗਲੀ ਵਾਰ ਫੇਰ ਬਹੁਤ ਅੱਛੇ ਟੌਪਿਕ ਦੇ ਨਾਲ ਜੁੜਾਂਗੇ ਤੇ ਹੋਪ ਤੁਹਾਨੂੰ ਅੱਜ ਦਾ ਟੌਪਿਕ ਜਿਹੜਾ ਆ ਕਲੀਅਰ ਹੋਇਆ ਆ। ਤੇ ਮੈਂ ਫੇਰ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ ਅਗਰ ਜਿਹਨਾਂ ਦਾ ਵੀ ਮਿਸ ਹੋਇਆ ਆ ਤੇ ਤੁਸੀਂ ਪਲੀਜ਼ ਰਿਕਾਰਡਿੰਗਸ ਨੂੰ ਜ਼ਰੂਰ ਚੈੱਕ ਕਰਿਓ। YouTube ਚੈਨਲ ਤੁਸੀਂ ਨੋਟ ਡਾਊਨ ਕਰ ਸਕਦੇ ਆ ਦਾ ਹਰਬਲ ਅਰਥ ਦੇ ਨਾਮ ਤੋਂ ਔਰ ਡਾਕਟਰ ਜਗਤਜੀਤ ਵਿਰਕ ਜੀ ਦੇ ਨਾਮ ਤੋਂ। ਤੁਸੀਂ ਇਹਨਾਂ ਤੇ ਰਿਕਾਰਡਿੰਗਸ ਚੈੱਕ ਕਰ ਸਕਦੇ ਆ। ਔਰ ਬਾਕੀ ਤੁਹਾਨੂੰ ਕੋਈ ਮੇਜਰ ਪ੍ਰੋਬਲਮ ਹੈਗੀ ਆ ਤਾਂ ਯੂ ਹੈਵ ਟੂ ਕੰਸਲਟ। ਤੁਸੀਂ ਮੈਸੇਜ ਕਰ ਸਕਦੇ ਹੋ ਔਰ ਆਪਣੇ ਜਿਹੜੇ YouTube ਚੈਨਲ ਦੇ ਡਾਕਟਰ ਸਾਹਿਬ ਨੂੰ ਵੀ DM ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ ਟੂ ਆਲ ਆਫ ਯੂ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਗੁੱਡ ਈਵਨਿੰਗ।